ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਘਰ ਘਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਪ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਅੱਜ ਆਪਾਂ 31 ਨੰਬਰ ਪੌੜੀ ਦਾ ਪਾਠ ਸਰਵਣ ਕੀਤਾ ਹੈ। 30 ਨੰਬਰ ਪੌੜੀ ਤੱਕ ਆਪਾਂ ਵਿਚਾਰਾਂ ਦੀ ਸਾਂਝ ਕਰ ਚੁੱਕੇ ਹਾਂ ਕਿ ਗੁਰਦੇਵ ਪਿਤਾ ਮਹਾਰਾਜ ਜੀ ਨੇ ਸਾਨੂੰ ਕੱਲੀ ਕੱਲੀ ਪੌੜੀ ਵਿੱਚ ਇਸ ਜੀਵਨ ਨੂੰ ਸੇਧ ਦੇਣ ਵਾਲੀਆਂ ਜੋ ਵਿਚਾਰਾਂ ਬਖਸ਼ਿਸ਼ ਕੀਤੀਆਂ ਨੇ, ਕਿਵੇਂ ਅਸੀਂ ਉਸ ਪਰਿਪੂਰਨ ਪਰਮਾਤਮਾ ਦਾ ਰੂਪ ਬਣਨਾ ਹੈ, ਕਿਵੇਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਚਿਆਰਾਪਨ ਲੈ ਕੇ ਆਉਣਾ ਹੈ। ਇਹ ਗੁਣ, ਇਹ ਹਦਾਇਤਾਂ ਸਾਨੂੰ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀਆਂ ਨੇ। ਅਤੇ ਨਾਲ ਨਾਲ ਜੋ ਸਮਾਜ ਵਿੱਚ ਪਏ ਹੋਏ ਭੁਲੇਖੇ ਸਨ, ਭਾਵੇਂ ਉਹ ਯੋਗ ਮਤ ਦੁਆਰਾ ਸਮਾਜ ਵਿੱਚ ਆਪਣੇ ਵੱਲੋਂ ਚਲਾਈ ਹੋਈ ਵਿਚਾਰਧਾਰਾ, ਉਹਨਾਂ ਦੇ ਚਿੰਨ੍ਹਾਂ ਦਾ ਨਾਂ ਲੈ ਕੇ ਸਤਿਗੁਰੂ ਜੀ ਨੇ ਸਾਨੂੰ ਗੁਰਮਤਿ ਦੇ ਗਾਡੀ ਰਾਹ 'ਤੇ ਤੋਰਨ ਦੀ ਸਿੱਖਿਆ ਦਿੱਤੀ ਹੈ। ਜਿਵੇਂ ਆਪਾਂ 28 ਅਤੇ 29 ਨੰਬਰ 2 ਪੌੜੀਆਂ ਵਿੱਚ ਆਪਾਂ ਸਰਵਣ ਕੀਤਾ ਹੈ ਕਿ ਯੋਗ ਮਤ ਵਿੱਚ ਜਿਹੜੇ ਚਿੰਨ੍ਹ ਧਾਰਨ ਕੀਤੇ ਜਾਂਦੇ ਸਨ, ਮੁੰਦਰਾਂ, ਹੱਥ ਵਿੱਚ ਡੰਡਾ, ਗਲ ਵਿੱਚ ਗੋਦੜੀ, ਖੱਪਰ, ਤੋ ਇਹਨਾਂ ਚਿੰਨ੍ਹਾਂ ਦਾ ਨਾਂ ਲੈ ਕੇ ਸਾਨੂੰ ਸਤਿਗੁਰੂ ਜੀ ਨੇ ਗੁਣਾਂ ਵਾਲੇ ਬੰਨੇ ਪ੍ਰੇਰਨਾ ਦਿੱਤੀ ਹੈ। ਫਿਰ ਉਸ ਤੋਂ ਬਾਅਦ ਉਹ ਚੂਰਮਾ ਵੰਡਦੇ ਸਨ, ਜਿਹੜੇ ਵਿਤਕਰਿਆਂ ਦੇ ਨਾਲ ਉਹ ਗ੍ਰਸਤੀਆਂ ਨੂੰ ਹੋਰ ਨਜ਼ਰ ਨਾਲ ਵੇਖਦੇ ਸਨ। ਗੁਰਦੇਵ ਜੀ ਨੇ ਉਹ ਵੀ ਪੱਖ ਸਾਡੇ ਸਾਹਮਣੇ ਰੱਖਿਆ ਕਿ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ, ਹਰ ਇੱਕ ਦੇ ਵਿੱਚ ਬੈਠਾ ਹੋਇਆ ਉਸ ਨੂੰ ਮਹਿਸੂਸ ਕਰੋ, ਫਿਰ ਹੀ ਤੁਸੀਂ ਆਈ ਪੰਥੀ ਸਗਲ ਜਮਾਤੀ ਮਨ ਜੀਤਿਆ ਜਗ ਜੀਤ। ਭਾਵ ਜਿਵੇਂ ਯੋਗ ਮਤ ਵਿੱਚ ਆਈ ਪੰਥੀ ਸ਼੍ਰੋਮਣੀ ਮੰਨਿਆ ਗਿਆ ਹੈ। ਹੇ ਭਾਈ, ਜੇ ਤੁਸੀਂ ਸਾਰਿਆਂ ਵਿੱਚ ਉਸ ਵਸਦੇ ਹੋਏ ਮਾਲਕ ਨੂੰ ਮਹਿਸੂਸ ਕਰੋਗੇ, ਇਹ ਤੁਹਾਡੇ ਵਾਸਤੇ ਆਈ ਪੰਥੀ ਹੋਏਗਾ ਅਤੇ ਮਨ ਨੂੰ ਜਿੱਤਣਾ ਹੀ ਜਗ ਜਿੱਤਣਾ ਹੋਏਗਾ, ਕਿਉਂਕਿ ਮਨ ਜਿੱਤਿਆ ਜਾਏਗਾ, ਜਗ ਆਪਣੇ ਆਪ ਜਿੱਤਿਆ ਜਾਣਾ ਹੈ। ਬਹੁਤ ਵਾਰੀ ਅਸੀਂ ਜਗ ਜਿੱਤਣ ਦੇ ਮਾਮਲੇ 'ਚ ਅਸੀਂ ਆਪਣੇ ਗੁਰੂ ਤੋਂ ਦੂਰ ਹੋ ਜਾਂਦੇ ਹਾਂ ਅਤੇ ਮਨਮਤਾਂ ਦੇ ਰਾਹ ਪੈ ਜਾਂਦੇ ਹਾਂ। ਇਸ ਤੋਂ ਬਾਅਦ ਜਿਹੜੀ ਅੱਗੇ 30 ਨੰਬਰ ਪੌੜੀ ਹੈ, ਜਿਸ ਵਿੱਚ ਗੁਰਦੇਵ ਜੀ ਨੇ ਜਿਹੜੀ ਬਣੀ ਹੋਈ ਮਨੌਤ ਸੀ ਉਸ ਦਾ ਖੰਡਨ ਕੀਤਾ ਹੈ। ਇਹ ਕਮਾਈ ਜੁਗਤੀ ਨਾਲ ਵਿਆਹੀ, ਜਿਸਦੇ ਘਰ 3 ਬਾਲਕਾਂ ਨੇ ਜਨਮ ਲਿਆ, ਇੱਦਾਂ ਦੀ ਇਹ ਮਿੱਥ ਸਮਾਜ ਵਿੱਚ ਘੜੀ ਗਈ ਹੈ ਵੀ ਏਕਾ ਮਾਈ ਜੁਗਤ ਵਿਆਹੀ। ਇੱਕ ਮਾਈ ਜਿਹਦੇ ਘਰ ਵਿੱਚ ਜੁਗਤੀ ਨਾਲ 3 ਬੱਚਿਆਂ ਨੇ ਜਨਮ ਲਿਆ, ਜਿਹਦਾ ਜ਼ਿਕਰ ਆਉਂਦਾ ਹੈ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ। ਉਹਨਾਂ ਦੇ ਕੰਮ ਵੀ ਇੱਦਾਂ ਵੰਡੇ ਗਏ ਵਿਪਰ ਵੱਲੋਂ ਵੀ ਬ੍ਰਹਮੇ ਨੇ ਪੈਦਾ ਕਰਨਾ ਹੈ, ਵਿਸ਼ਨੂੰ ਨੇ ਰਿਜ਼ਕ ਦੇਣਾ ਹੈ, ਅਤੇ ਸ਼ਿਵ ਦੇ ਕੋਲ ਜਿਹੜਾ ਮਾਰਨ ਦਾ ਮਹਿਕਮਾ ਹੈ। ਤੋ ਗੁਰਦੇਵ ਜੀ ਨੇ ਇਹਨਾਂ 4 ਪੌੜੀਆਂ ਦੀਆਂ ਅਖੀਰਲੀਆਂ ਜਿਹੜੀਆਂ ਪੰਕਤੀਆਂ ਨੇ ਉਹਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਸਮਝਾਇਆ ਹੈ ਕਿ ਭਾਈ, ਭਾਵੇਂ ਉਹ ਜੋਗੀ ਸਨ, ਭਾਵੇਂ ਵਿਪਰ ਵੱਲੋਂ ਪਾਇਆ ਭੁਲੇਖਾ ਸੀ, ਕਹਿੰਦੇ ਭਾਈ ਉਹਦੇ ਨਾਲ ਸਾਂਝ ਪਾਓ ਜਿਹੜਾ ਆਦ ਹੈ। ਭਾਵ ਆਦ ਜਿਹੜਾ ਮੁੱਢ ਤੋਂ ਹੈ, ਅਨੀਲ ਜਿਹੜਾ ਦਾਗ ਤੋਂ ਰਹਿਤ ਹੈ, ਅਨਾਦ ਜਿਹਦਾ ਮੁੱਢ ਕੋਈ ਨਹੀਂ, ਅਨਾਹਤ ਜਿਹੜਾ ਹੱਤਿਆ ਤੋਂ ਰਹਿਤ ਤੇ ਨਾਸ਼ ਰਹਿਤ ਹੈ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਜਿਹੜਾ ਹਰ ਸਮੇਂ ਇੱਕੋ ਜਿਹਾ ਹੈ, ਇਹ ਨਹੀਂ ਵੀ ਸਮੇਂ ਸਮੇਂ 'ਤੇ ਬਦਲਦਾ ਹੈ। ਉਹਦੇ ਨਾਲ ਸਾਂਝ ਪਾਓ ਜਿਹੜਾ ਸਾਡੇ ਹਰ ਇੱਕ ਦੇ ਅੰਦਰ ਸਮਾਇਆ ਹੋਇਆ ਹੈ। ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲੱਗਿਆਂ ਆਪਣੇ ਮਨ ਨੂੰ ਉਸ ਪਰਿਪੂਰਨ ਪਰਮਾਤਮਾ ਵਿੱਚ ਅਭੇਦ ਕਰਨਾ ਹੈ, ਜਿਹੜਾ ਹਵਾ ਦੀ ਤਰ੍ਹਾਂ ਚੰਚਲ ਹੈ। ਤੋ ਪਾਤਸ਼ਾਹ ਜੀ ਨੇ ਇਸ ਪੌੜੀ ਵਿੱਚ ਜੋ 31 ਨੰਬਰ ਪੌੜੀ ਦਾ ਆਪਾਂ ਪਾਠ ਸਰਵਣ ਕੀਤਾ, ਇਹਦੇ ਵਿੱਚ ਗੁਰਦੇਵ ਜੀ ਨੇ ਜੋ ਵਿਚਾਰ ਬਖਸ਼ਿਸ਼ ਕੀਤੀ, ਕਹਿੰਦੇ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਹੁਣ ਇਸ ਪੌੜੀ ਨੂੰ ਆਪਾਂ 30 ਨੰਬਰ ਪੌੜੀ ਨਾਲ ਜੋੜ ਕੇ ਵੇਖੀਏ ਤੇ ਗੁਰਦੇਵ ਜੀ ਉਸ ਮਨੌਤ ਦਾ ਖੰਡਨ ਕਰਦੇ ਨੇ ਜਿੱਥੇ ਇਹ ਕਿਹਾ ਜਾ ਰਿਹਾ ਸੀ ਵੀ ਵਿਸ਼ਨੂੰ ਰਿਜ਼ਕ ਦਿੰਦਾ ਹੈ। ਗੁਰਦੇਵ ਜੀ ਕਹਿਣ ਲੱਗੇ ਇੱਥੇ ਮਾਲਕ ਨੇ ਕੋਈ ਦੂਜੇ ਤੀਜੇ ਮਹਿਕਮੇ ਨਹੀਂ ਬਣਾਏ ਵੀ ਪੈਦਾ ਕੋਈ ਹੋਰ ਕਰੇ, ਰਿਜ਼ਕ ਕੋਈ ਹੋਰ ਦੇਵੇ ਅਤੇ ਸੰਘਾਰਨ ਵਾਲਾ ਮਹਿਕਮਾ ਕਿਸੇ ਹੋਰ ਕੋਲ ਹੋਵੇ। ਕਹਿਣਗੇ ਆਸਣ ਲੋਏ ਲੋਏ ਭੰਡਾਰ। ਆਸਣ ਦਾ ਅਰਥ ਹੈ ਟਿਕਾਣਾ, ਉਹਦੇ ਭੰਡਾਰਿਆਂ ਦਾ ਟਿਕਾਣਾ ਹਰ ਇੱਕ ਲੋਹ ਵਿੱਚ ਪਿਆ ਹੋਇਆ ਹੈ।
ਉਹਨੂੰ ਕੋਈ ਇੱਦਾਂ ਅੱਗੇ ਆਪਣਾ ਮੁਨਸ਼ੀ ਰੱਖਣ ਦੀ ਲੋੜ ਨਹੀਂ, ਅੱਗੇ ਦੂਜਾ ਤੀਜਾ ਮਹਿਕਮਾ ਰੱਖਣ ਦੀ ਲੋੜ ਨਹੀਂ ਵੀ ਭੰਡਾਰਾ ਕੋਈ ਹੋਰ ਚਲਾਵੇ, ਪੈਦਾ ਕੋਈ ਹੋਰ ਕਰੇ ਤੇ ਸੰਘਾਰਨ ਵਾਲਾ ਕੰਮ। ਉਹਨੇ ਫਿਰ ਇਹ ਵੀ ਸ਼ਬਦ ਵਰ ਦਿੱਤਾ ਗੁਰਦੇਵ ਜੀ ਨੇ, ਕਹਿੰਦੇ ਆਸਣ ਲੋਏ ਲੋਏ ਭੰਡਾਰ, ਹਰ ਇੱਕ ਲੋਹ ਵਿੱਚ ਉਹਦਾ ਆਪਣਾ ਭੰਡਾਰਾ ਟਿਕਿਆ ਹੋਇਆ ਹੈ। ਤੇ ਫਿਰ ਉਹ ਭੰਡਾਰੇ ਦੇ ਵਿੱਚੋਂ ਸਮਾਨ ਕਦੀ ਨਹੀਂ ਮੁੱਕਦਾ। ਜੋ ਕੁਛ ਪਾਇਆ ਸੋ ਏਕਾ ਵਾਰ, ਜੋ ਕੁਝ ਪਾ ਦਿੱਤਾ ਇੱਕੇ ਵਾਰੀ ਹੈ। ਭਾਵ ਕੀ ਹੈ, ਇਹ ਭੰਡਾਰੇ ਨੇ। ਭਾਵੇਂ ਆਪਾਂ ਇਸ ਧਰਤੀ ਦੀ ਗੱਲ ਕਰੀਏ, ਧਰਤੀ ਵਿੱਚ ਕਿੱਡਾ ਵੱਡਾ ਭੰਡਾਰ ਹੈ, ਇੱਥੋਂ ਕਿੰਨੀ ਬਨਸਪਤੀ ਉੱਗਦੀ ਹੈ, ਕਿੰਨਾ ਕੁਝ ਧਰਤੀ ਵਿੱਚੋਂ ਨਿਕਲਦਾ ਹੈ, ਲੋਹਾ ਧਰਤੀ 'ਚੋਂ ਨਿਕਲਦਾ ਹੈ। ਅਤੇ ਕੀ ਲੋਹੇ ਦਾ ਭੰਡਾਰਾ ਮੁੱਕ ਗਿਆ ਹੈ? ਕਿੰਨੇ ਔਜ਼ਾਰ ਇਹ ਤੋਂ ਤਿਆਰ ਹੋਏ ਨੇ, ਬਿਲਡਿੰਗਾਂ ਬਣਦੀਆਂ ਨੇ, ਕੀ ਇਹ ਭੰਡਾਰਾ ਮੁੱਕ ਗਿਆ? ਕਿੰਨੇ ਬੀਜ ਪਾਈਦਾ ਅਤੇ ਕਿੰਨੇ ਬੀਜ ਨੂੰ ਪ੍ਰਫੁੱਲਿਤ ਕਰਦੀ ਹੈ ਧਰਤੀ। ਇਹ ਧਰਤੀ ਕੋਲ ਇੱਕ ਭੰਡਾਰਾ ਹੈ ਪੈਦਾਵਾਰ ਦਾ, ਉਹਦੇ 'ਤੇ ਆਪਾਂ ਰਹਿ ਰਹੇ ਹਾਂ। ਕਿੰਨੇ ਜੀਵ ਜੰਤੂ ਧਰਤੀ 'ਤੇ ਰਹਿ ਰਹੇ ਨੇ। ਧਰਤੀ ਵਿੱਚ ਜਿਹੜਾ ਭੰਡਾਰਾ ਹੈ, ਬਾਰ-ਬਾਰ ਉਸ ਮਾਲਕ ਨੂੰ ਨਹੀਂ ਕਹਿਣਾ ਪੈ ਰਿਹਾ ਜੋ ਕੁਛ ਪਾਇਆ ਸੋ ਏਕਾ ਵਾਰ। ਹਵਾ ਇੱਕ ਭੰਡਾਰ ਹੈ, ਅਸੀਂ ਆਕਸੀਜਨ ਵਰਤ ਰਹੇ ਹਾਂ, ਇਹ ਬੜਾ ਵੱਡਾ ਭੰਡਾਰ ਹੈ। ਹੁਣ ਇਹਨੂੰ ਵਿਗਾੜਨਾ ਸਵਾਰਨਾ ਇਹ ਬੰਦੇ ਦੀ ਆਪਣੀ ਮਰਜ਼ੀ ਹੈ। ਭੰਡਾਰਾ ਪਿਆ ਹੈ। ਸੂਰਜ ਕਿੱਡਾ ਵੱਡਾ ਭੰਡਾਰਾ ਹੈ। ਜਿਉਂ ਹੀ ਰਾਤ ਨੂੰ ਸੂਰਜ ਸਾਡੇ ਤੋਂ ਪਰਾਂ ਹੁੰਦਾ ਹੈ, ਸਾਨੂੰ ਕਿੰਨੀਆਂ ਲਾਈਟਾਂ ਜਗਾਉਣੀਆਂ ਪੈਂਦੀਆਂ ਨੇ ਆਪਣੇ ਘਰ ਵਿੱਚ। ਪਰ ਜਦੋਂ ਸੂਰਜ ਉਦੇ ਹੁੰਦਾ ਹੈ, ਗੱਡੀਆਂ ਦੀਆਂ ਲਾਈਟਾਂ, ਆਪਣੇ ਘਰਾਂ ਦੀਆਂ ਲਾਈਟਾਂ ਸਾਨੂੰ ਆਫ ਕਰਨੀਆਂ ਪੈਂਦੀਆਂ ਨੇ, ਕਿਉਂਕਿ ਸੂਰਜ ਦੇ ਹੁੰਦਿਆਂ ਸਾਨੂੰ ਕਿਸੇ ਲਾਈਟ ਦੀ ਜ਼ਰੂਰਤ ਨਹੀਂ ਪੈਂਦੀ। ਇਹ ਕਿੱਡਾ ਵੱਡਾ ਭੰਡਾਰਾ, ਕਿਤੇ ਮੁੱਕਣ ਵਾਲਾ ਹੈ। ਰੌਸ਼ਨੀ ਦਾ ਭੰਡਾਰਾ ਹੈ। ਧਰਤੀ ਵਿੱਚ ਕਿੰਨਾ ਕੁਝ ਪੈਦਾ ਹੋ ਰਿਹਾ, ਇਹ ਭੰਡਾਰ ਪਾਇਆ ਹੋਇਆ। ਹਵਾ ਇੱਕ ਕਿੱਡਾ ਵੱਡਾ ਖਜ਼ਾਨਾ ਭੰਡਾਰ ਹੈ। ਪਾਣੀ ਕਿੱਡਾ ਵੱਡਾ ਭੰਡਾਰ ਹੈ। ਵੱਖਰੀ ਗੱਲ ਹੈ ਸਾਡੀ ਨਲਾਇਕੀ ਨਾਲ ਆਉਣ ਵਾਲੇ ਸਮੇਂ 'ਚ ਕੱਲ੍ਹ ਨੂੰ ਮੁੱਕ ਜਾਏ, ਇਹ ਵੱਖਰੀ ਗੱਲ ਹੈ, ਪਰ ਭੰਡਾਰਾ ਕਿੱਡਾ ਵੱਡਾ ਪਾਇਆ ਹੈ। ਸੂਰਜ ਨੂੰ ਕਹਿਣਾ ਪੈਂਦਾ ਰੋਜ਼ ਉਹਨੂੰ, ਮਾਲਕ ਨੂੰ, ਵੀ ਅੱਜ ਚੜ੍ਹ ਜਾ, ਇਸ ਵੇਲੇ ਛੁਪ ਜਾ। ਉਹ ਉਹਦੇ ਸਿਸਟਮ ਵਿੱਚ ਤੁਰ ਰਿਹਾ, ਉਹਦੇ ਨਿਯਮ ਵਿੱਚ ਬੱਝਾ ਹੋਇਆ ਆਪਣੇ ਆਪ ਤੁਰ ਰਿਹਾ। ਹਵਾ ਨੂੰ ਕਹਿਣਾ ਪੈਂਦਾ ਤੂੰ ਚੱਲ। ਇਹ ਭੰਡਾਰੇ ਨੇ। ਪਾਤਸ਼ਾਹ ਕਹਿੰਦੇ ਨੇ ਇੱਥੇ ਕੋਈ ਉਹਨੂੰ ਵੱਖਰੇ ਆਪਣੇ ਮਹਿਕਮੇ ਦੇ ਬੰਦੇ ਰੱਖਣ ਦੀ ਲੋੜ ਨਹੀਂ ਸੀ, ਜਿਹੜਾ ਮਨੌਤ ਸਮਾਜ ਵਿੱਚ ਰੱਖੀ ਗਈ ਵੀ ਕੋਈ ਕਵੇ ਸੂਰਜ ਚੜ੍ਹ ਜਾ, ਕੋਈ ਕਵੇ। ਇਹ ਤਾਂ ਵੱਖਰੀ ਗੱਲ ਹੈ। ਇੱਦਾਂ ਦੇ ਦੇਵੀ ਦੇਵਤੇ ਵੀ ਪ੍ਰਗਟ ਕੀਤੇ ਗਏ, ਭਗਵਾਨ ਵੀ ਪੈਦਾ ਕੀਤੇ ਗਏ ਕਿ ਆਪਣੀ ਮਰਜ਼ੀ ਨਾਲ ਜਦੋਂ ਚਾਹਣ ਉਹ ਸੂਰਜ ਨੂੰ ਚੜ੍ਹਾ ਸਕਦੇ ਸੀ, ਜਦੋਂ ਚਾਹਣ ਉਹ ਚੰਦਰਮਾ ਰੋਕ ਸਕਦੇ ਸੀ। ਇੱਦਾਂ ਦੀਆਂ ਗੱਪ ਕਹਾਣੀਆਂ ਵੀ ਬਹੁਤ ਸੁਣਾਈਆਂ ਗਈਆਂ। ਤੋਂ ਪਾਤਸ਼ਾਹ ਨੇ ਇਸ ਬਾਣੀ ਦੁਆਰਾ ਜੋ ਭਰਮ ਭੁਲੇਖਿਆਂ ਵਿੱਚੋਂ ਕੱਢਿਆ ਸਾਨੂੰ। ਵੱਖਰੀ ਗੱਲ ਹੈ ਕਿ ਜਿਹੜੇ ਭਰਮ ਭੁਲੇਖੇ ਦੂਜੇ ਮਤਾਂ ਵਿੱਚ ਸੀ, ਸਿੱਖੀ ਵਿਚਾਰਧਾਰਾ ਅਪਣਾਉਣ ਵਾਲੇ ਬੰਦੇ ਵੀ ਅੱਜ ਉਹਨਾਂ ਮਨਮਤਾਂ ਵਿੱਚ ਫਸੇ ਪਏ ਹਨ। ਪਾਤਸ਼ਾਹ ਕਹਿੰਦੇ ਆਸਣ ਲੋਏ ਲੋਏ ਭੰਡਾਰ। ਇਸ ਪੌੜੀ ਨੂੰ ਜਦੋਂ ਤੁਸੀਂ 31 ਨੰਬਰ ਪੌੜੀ ਨੂੰ 30 ਨੰਬਰ ਪੌੜੀ ਨਾਲ ਜੋੜ ਕੇ ਵੇਖੋਗੇ ਤਾਂ ਸਤਿਗੁਰੂ ਜੀ ਨੇ ਉਸ ਮਨੌਤ ਦਾ ਖੰਡਨ ਕਰਨ ਲੱਗਿਆਂ ਨਾਲ ਵਿਚਾਰ ਦਿੱਤੇ ਨੇ ਕਿ ਇੱਥੇ ਸਾਨੂੰ ਕਿਸੇ ਵਿਸ਼ਨੂੰ ਦੀ ਜ਼ਰੂਰਤ ਨਹੀਂ ਹੈ ਵੀ ਉਹਦੀ ਮੈਂ ਪੂਜਾ ਕਰਾਂ ਤੇ ਮੈਨੂੰ ਭੰਡਾਰਾ ਮਿਲੇਗਾ। ਉਹਦਾ ਕੁਦਰਤ ਵੱਲੋਂ, ਵਾਹਿਗੁਰੂ ਵੱਲੋਂ, ਮਾਰਕ ਵੱਲੋਂ ਇਹ ਭੰਡਾਰਾ ਇੱਕੇ ਵਾਰੀ ਪਾਇਆ ਹੋਇਆ। ਜੋ ਕੁਛ ਪਾਇਆ ਸੋ ਏਕਾ ਵਾਰ। ਹੁਣ ਇੱਥੋਂ ਗੱਲ ਸਮਝਣ ਦੀ ਜ਼ਰੂਰਤ ਹੈ। ਜੇ ਹਵਾ ਦਾ ਭੰਡਾਰ, ਹੁਣ ਤੁਸੀਂ ਵੇਖੋ ਹਵਾ ਕਿੱਡਾ ਵੱਡਾ ਭੰਡਾਰਾ ਹੈ, ਜਿਹੜਾ ਸਾਨੂੰ ਖਜ਼ਾਨਾ ਮਿਲਿਆ। ਜੋ ਕੁਛ ਪਾਇਆ ਸੋ ਏਕਾ ਵਾਰ। ਜਿੱਦਣ ਬੰਦਾ ਹੌਸਪੀਟਲ ਜਾਂਦਾ ਹੈ, 10 ਦਿਨ, ਹਫ਼ਤਾ, 15 ਦਿਨ, ਮਹੀਨਾ ਉੱਥੇ ਦਾਖਲ ਹੁੰਦਾ, ਐਡਮਿਟ ਹੁੰਦਾ, ਜਦੋਂ ਉੱਥੇ ਇਲਾਜ ਕਰਾ ਕੇ ਆਪਣੇ ਘਰ ਆਉਂਦਾ, ਜਿੱਥੇ ਦਵਾਈਆਂ ਦਾ ਬਿੱਲ ਬਣਦਾ, ਆਕਸੀਜਨ ਦਾ ਅਗਲੇ ਬਿੱਲ ਵੀ ਨਾਲ ਪਾਉਂਦੇ ਨੇ। ਫਿਰ ਬੰਦੇ ਨੂੰ ਸਮਝ ਆਉਂਦੀ ਹੈ ਨਾ ਵੀ ਮਾਲਕ ਜੀ, ਮੈਂ ਤੁਹਾਡੇ ਇਸ ਭੰਡਾਰੇ ਵਿੱਚੋਂ 60 ਸਾਲ, 70 ਸਾਲ, 80 ਸਾਲ ਆਕਸੀਜਨ ਦੀ ਵਰਤੋਂ ਕੀਤੀ, ਮੈਨੂੰ ਇੱਕ ਦਿਨ ਵੀ ਬਿੱਲ ਨਹੀਂ ਦੇਣਾ ਪਿਆ। ਅੱਜ ਬੰਦੇ ਵੱਲੋਂ ਬਣਾਈ ਹੋਈ ਮੈਨੂੰ ਆਕਸੀਜਨ ਦੀ ਲੋੜ ਪਈ ਅਤੇ ਮੈਨੂੰ ਨਾਲ ਬਿੱਲ ਦੇਣਾ ਪਿਆ। ਕਿੱਡਾ ਵੱਡਾ ਤੁਹਾਡਾ ਭੰਡਾਰਾ ਹੈ ਮਾਲਕ ਜੀ। ਸਿਰ ਝੁਕਦਾ ਮਾਲਕ ਜੀ ਤੁਹਾਡੇ ਚਰਨਾਂ ਵਿੱਚ। ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ। ਜੋ ਕੁਝ ਪਾਉਣਾ ਉਹਨੇ ਇੱਕੇ ਵਾਰ ਪਾਤਾ, ਉਹਨੂੰ ਬਾਰ-ਬਾਰ ਕਹਿਣ ਦੀ ਲੋੜ ਨਹੀਂ ਪੈਂਦੀ। ਉਹਦੇ ਬਣਾਏ ਹੋਏ ਸਿਸਟਮ ਮੁਤਾਬਕ ਸਾਰਾ ਕੁਝ ਚੱਲੀ ਜਾ ਰਿਹਾ ਹੈ। ਤਾਂ ਮਾਲਕ ਨੇ ਆਖਿਆ ਸੀ ਜ਼ਿੰਦਗੀ ਨੂੰ ਸਵਾਰਨ ਵਾਸਤੇ ਭਾਈ ਇੱਥੇ ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤੇ ਘੜ ਕੇ ਸਮਾਜ ਦੇ ਸਾਹਮਣੇ ਰੱਖੇ ਗਏ, ਤਾਂ ਕਿ ਵਿਪਰ ਦੀ ਆਪਣੀ ਦੁਕਾਨ ਚੱਲਦੀ ਰਹੇ। ਚਾਹੇ ਉਹ ਵਿਪਰ ਬੋਦੀ ਧੋਤੀ ਵਾਲਾ ਹੋਵੇ, ਚਾਹੇ ਉਹ ਵਿਪਰ ਕਸ਼ਹਿਰੇ ਵਾਲਾ ਹੋਵੇ, ਗਾਤਰੇ ਵਾਲਾ ਹੋ, ਕੋਈ ਵੀ ਹੋਵੇ, ਜਿਹੜਾ ਕਹਿੰਦਾ ਸੀ ਮੈਂ ਦੱਸਾਂਗਾ ਤੁਹਾਨੂੰ, ਮੇਰੇ ਕੋਲ ਆਓ, ਤੁਹਾਡਾ ਮੈਂ ਕਲਿਆਣ ਕਰਾਂਗਾ। ਸਾਹਿਬ ਜੀ ਨੇ ਕਲੀਅਰ ਗੱਲਾਂ ਕਰ ਦਿੱਤੀਆਂ। ਤੋ ਗੁਰੂ ਸਾਹਿਬ ਜੀ ਨੇ ਜਿਹੜੀ ਵਿਚਾਰ ਸਾਨੂੰ ਬਖਸ਼ਿਸ਼ ਕੀਤੀ ਹੈ, ਬਹੁਤ ਹੀ ਨਿੱਗਰ ਅਤੇ ਕਮਾਲ ਦੀ। ਕਹਿੰਦੇ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਜੋ ਕੁਝ ਪਾਇਆ ਏਕੇ ਵਾਰ। ਅਤੇ ਪਾਤਸ਼ਾਹ ਕਹਿੰਦੇ ਇਹ ਭੰਡਾਰੇ ਇਕੱਲੇ ਬਾਹਰ ਹੀ ਨਹੀਂ ਆ, ਇਹ ਭੰਡਾਰੇ ਆ ਬੰਦੇ ਦੇ ਤੇਰੇ ਅੰਦਰ ਵੀ ਹੈਗੇ ਨੇ। ਕਿੱਡੇ ਵੱਡੇ ਭੰਡਾਰੇ ਨੇ, ਇਹ ਮੁੱਕਣ ਵਾਲੇ ਨੇ ਕਿਤੇ। ਤਾਂ ਹੀ ਬਾਣੀ 'ਚ ਆਖਿਆ ਸੀ ਨਾ, ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਭਾਲ। ਹੇ ਮੇਰਿਆ ਮਨਾ, ਤੇਰੇ ਅੰਦਰ ਬੜਾ ਵੱਡਾ ਖਜ਼ਾਨਾ ਹੈ। ਜਿਹੜੇ ਆਸਣ ਲੋਏ ਲੋਏ ਭੰਡਾਰ, ਬਾਹਰ ਦੀਆਂ ਗੱਲਾਂ ਕਰਕੇ ਧਿਆਨ ਬੰਦੇ ਦੇ ਅੰਦਰ ਵੱਲ ਦਵਾਇਆ ਹੈ ਕਿ ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਤੇਰੇ ਅੰਦਰ ਵੀ ਖਜ਼ਾਨਾ ਹੈਗਾ ਹੈ ਜਿਹੜਾ ਕਦੀ ਮੁੱਕੇਗਾ ਹੀ ਨਹੀਂ।
ਬਾਹਰ ਵਸਤੂ ਨਾ ਪਾਲ, ਕਿੰਨੇ ਸ਼ਬਦ ਬਾਣੀ ਚ ਆਉਂਦੇ ਨੇ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਹੇ ਮਨਾ ਟਿਕ ਜਾ ਇੱਕ ਥਾਂ ਤੇ। ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਬਾਹਰ ਲੱਭਣ ਜਾਏਗਾ ਤੇ ਦੁਖੀ ਹੋਏਗਾ। ਘਰ ਅੰਮ੍ਰਿਤ ਘਟ ਮਾਹੀ ਜੀਓ, ਸੁਖੀ ਹੋਣਾ ਹੈ ਇਹ ਵੀ ਖਜ਼ਾਨਾ ਅੰਦਰ ਪਿਆ ਹੈ, ਤੇ ਦੁਖੀ ਹੋਣਾ ਹੈ ਇਹ ਵੀ ਤੇਰੇ ਅੰਦਰ ਹੀ ਪਿਆ। ਦੁੱਖ ਸੁੱਖ ਬੰਦਿਆ ਤੇਰੇ ਆਪਣੇ ਹੱਥ ਵਿੱਚ। ਤੂੰ ਹੱਸਣਾ ਹੈ ਇਹ ਤੇਰੇ ਆਪਣੇ ਹੱਥ ਵਿੱਚ ਹੈ, ਤੂੰ ਰੋਣਾ ਹੈ ਇਹ ਤੇਰੇ ਆਪਣੇ ਹੱਥ ਵਿੱਚ ਹੈ। ਤੇਰੇ ਕੋਲ ਆਪਣੇ ਕੋਲ ਖਜ਼ਾਨਾ ਹੈ, ਤੂੰ ਕਿੱਦਾਂ ਵਰਤਣਾ। ਕਿੰਨਾ ਵੱਡਾ ਖਜ਼ਾਨਾ ਹੈ, ਸੰਤੋਖ ਦਾ ਖਜ਼ਾਨਾ ਹੈ, ਦਇਆ ਦਾ ਖਜ਼ਾਨਾ ਹੈ, ਧਰਮ ਦਾ ਖਜ਼ਾਨਾ ਹੈ। ਇਹ ਗੁਣ ਨੇ, ਜਿੰਨੇ ਮਰਜ਼ੀ ਖਜ਼ਾਨੇ ਵਰਤੀ ਜਾ, ਪਾਤਸ਼ਾਹ ਦੀ ਬਾਣੀ। ਤਾਂ ਹੀ ਗੁਰਦੇਵ ਨੇ ਆਖਿਆ ਸੀ ਨਾ, ਜਦੋਂ ਅਸੀਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਕਿੱਡੇ ਪਿਆਰੇ ਖਿਆਲ ਦਿੱਤੇ ਹਨ। ਕਹਿੰਦੇ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਣ ਵਜਾਇਆ। ਹਰੀ ਨੇ ਇਸ ਜੀਓ ਨੂੰ, ਜੀਓ ਦਾ ਅਰਥ ਕੀ, ਮਨ, ਜਿੰਦ, ਇਹਨੂੰ ਇਸ ਸਰੀਰ ਰੂਪੀ ਗੁਫਾ ਵਿੱਚ ਰੱਖ ਕੇ, ਆ ਸਰੀਰ ਇੱਕ ਗੁਫਾ ਹੈ ਜਿਹਦੇ ਵਿੱਚ ਅੰਦਰ ਟਿਕਾਇਆ ਹੋਇਆ ਹੈ। ਇਹ ਮਨ ਭਜਦਾ ਹੈ ਨਾ ਬਾਹਰ ਨੂੰ, ਬਾਹਰ ਖਿੱਚਦਾ ਹੈ। ਤਾਂ ਹੀ ਬਾਣੀ ਚ ਸਤਿਗੁਰ ਭੇਟੇ ਤਾਂ ਸਹਿਸਾ ਟੂਟੇ, ਧਾਵਤ ਵਰਜ ਕੇ ਅੰਦਰ ਟਿਕਾਉਣਾ। ਹਰ ਜੀਓ ਗੁਫਾ ਅੰਦਰ ਰੱਖ ਕੇ, ਹਰੀ ਨੇ ਇਸ ਜਿੰਦ ਨੂੰ, ਜੀਓ ਨੂੰ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਪਵਨ ਦਾ ਅਰਥ ਕੀ, ਹਵਾ, ਹਵਾ ਦਾ ਵਾਜਾ ਵਜਾਇਆ। ਜਿਵੇਂ ਸਰੀਰ ਨੂੰ ਜਿਉਂਦੇ ਰੱਖਣ ਵਾਸਤੇ ਆਕਸੀਜਨ ਦੀ ਜ਼ਰੂਰਤ ਹੈ, ਮਨ ਨੂੰ ਜਿਉਂਦੇ ਰੱਖਣ ਲਈ ਵੀ ਆਕਸੀਜਨ ਚਾਹੀਦੀ ਹੈ। ਪਰ ਕਾਹਦੀ, ਗੁਣਾਂ ਦੀ ਆਕਸੀਜਨ। ਜਿਸ ਮਨ ਨੂੰ ਗੁਣਾਂ ਦੀ ਆਕਸੀਜਨ ਮਿਲੇਗੀ ਤੇ ਮਨ ਜਿਉਂਦਾ ਰਹੇਗਾ। ਜੇ ਗੁਣਾਂ ਦੀ ਆਕਸੀਜਨ ਨਾ ਮਿਲੀ ਤੇ ਬਾਣੀ ਦਾ ਵਾਕ ਹੈ, ਆਖਾਂ ਜੀਵਾਂ ਵਿਸਰੈ ਮਰ ਜਾਉ। ਜੇ ਮੈਂ ਆਖਦਾ ਹਾਂ, ਜੇ ਮੈਂ ਉਹਦੇ ਨਿਯਮ ਮੁਤਾਬਕ, ਜੇ ਉਹਦੇ ਹੁਕਮ ਮੁਤਾਬਕ ਮੈਂ ਜ਼ਿੰਦਗੀ ਜਿਉਂਦਾ ਹਾਂ ਤੇ ਮੈਂ ਜਿਉਂਦਾ ਹਾਂ। ਜੇ ਮੈਂ ਉਹਦੇ ਨਾਮ ਨਾਲੋਂ, ਸੱਚ ਨਾਲੋਂ ਟੁੱਟ ਜਾਂਦਾ, ਉਹਦੇ ਗੁਣਾਂ ਨਾਲੋਂ ਟੁੱਟ ਜਾਂਦਾ, ਤੇ ਮੈਂ ਆਤਮਿਕ ਤੌਰ ਤੇ ਮਰ ਜਾਂਦਾ ਹਾਂ। ਇੱਥੇ ਸ਼ਬਦ ਵਰਤਿਆ ਹਰ ਜੀਓ ਗੁਫਾ ਅੰਦਰ ਰੱਖ ਕੇ। ਹਰੀ ਨੇ ਜਿੰਦ ਨੂੰ, ਜੀਓ ਨੂੰ, ਮਨ ਨੂੰ ਗੁਫਾ 'ਚ ਰੱਖ ਕੇ ਵਾਜਾ ਪਵਨ ਵਜਾਇਆ। ਤੇ ਪਾਤਸ਼ਾਹ ਕਹਿੰਦੇ ਵਜਾਇਆ ਵਾਜਾ ਪਉਣ। ਜਦੋਂ ਅੰਦਰ ਗੁਣਾਂ ਦਾ ਵਾਜਾ ਵੱਜਿਆ, ਜਦੋਂ ਸਵਾਸ ਮਿਲੇ ਇਸ ਮਨ ਨੂੰ ਗੁਣਾਂ ਦੇ, ਵਜਾਇਆ ਵਾਜਾ ਪਾਉਣ, ਤੇ 9 ਦੁਆਰੇ ਪ੍ਰਗਟ ਕੀਏ। 9 ਦੁਆਰੇ ਪ੍ਰਗਟ ਹੋ ਗਏ। ਹੁਣ ਇੱਥੇ ਪ੍ਰਗਟ ਹੈ, ਲਾਏ ਨਹੀਂ ਸ਼ਬਦ ਵਰਤਿਆ ਇੱਥੇ। ਇਹਦਾ ਮਤਲਬ ਇਹ 9 ਦੇ 9 ਦਰਵਾਜ਼ੇ ਸਾਡੇ ਕੋਲ ਹੈਗੇ ਆ। ਪ੍ਰਗਟ ਕਰਨ ਦਾ ਅਰਥ ਹੈ ਇਹਨਾਂ 9 ਦਰਵਾਜ਼ਿਆਂ ਦੀ ਸੂਝ ਆ ਗਈ, ਇਹਨਾਂ 9 ਦਰਵਾਜ਼ਿਆਂ ਦੀ ਮੈਂ ਵਰਤੋਂ ਕਿਵੇਂ ਕਰਨੀ ਹੈ। ਜਿਵੇਂ 9 ਦਰਵਾਜ਼ਿਆਂ ਬਾਰੇ ਆਪਾਂ ਨੂੰ ਪਤਾ ਹੀ ਹੈ, ਜਿਹਦੇ ਵਿੱਚ ਮੂੰਹ ਆਉਂਦਾ ਹੈ, 2 ਨਾਸਾਂ, 2 ਅੱਖਾਂ, 2 ਕੰਨ, ਗੁਦਾ ਤੇ ਲਿੰਗ, ਇਹ 9 ਦਰਵਾਜ਼ੇ ਨੇ। ਕਹਿੰਦੇ ਇਹ 9 ਦੇ 9 ਦਰਵਾਜ਼ਿਆਂ ਬਾਰੇ ਮੈਨੂੰ ਸੋਝੀ ਦੇ ਦਿੱਤੀ ਕਿ ਮੈਂ ਅੱਖਾਂ ਨਾਲ ਵੇਖਣਾ ਕਿਵੇਂ ਹੈ, ਕੰਨਾਂ ਨਾਲ ਮੈਂ ਸੁਣਨਾ ਕਿਵੇਂ ਹੈ, ਜਿਹੜੇ ਗਲਤ ਬੰਨੇ ਤੁਰੇ ਹੋਏ ਸਨ। ਇਹਦੇ 9 ਦੁਆਰੇ ਪ੍ਰਗਟ। ਹੁਣ ਪ੍ਰਗਟ ਦਾ ਅਰਥ ਕੀ ਹੈ, ਇਹਨਾਂ 9 ਦੁਆਰਿਆਂ ਨੂੰ ਸਹੀ ਦਿਸ਼ਾ ਦੇ ਦਿੱਤੀ। 9 ਦੁਆਰੇ, ਜਿਵੇਂ ਆਪਾਂ ਬਾਣੀ 'ਚ ਪੜ੍ਹਦੇ ਹਾਂ, ਫਲਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟੇ ਆਏ। ਪ੍ਰਗਟ ਉਹ ਚੀਜ਼ ਹੁੰਦੀ ਹੈ ਜਿਹੜੀ ਪਹਿਲਾਂ ਮੌਜੂਦ ਹੋਵੇ। ਇੱਦਾਂ ਹੀ 9 ਦੁਆਰੇ ਸਰੀਰ ਨਾਲ ਲੱਗੇ ਸੀ, ਪਰ ਪ੍ਰਗਟ ਹੋਣ ਦਾ ਅਰਥ ਕੀ ਹੈ, ਇਹਨਾਂ 9 ਦਰਵਾਜ਼ਿਆਂ ਦੀ ਮੈਨੂੰ ਸਮਝ ਆ ਗਈ ਕਿ ਅੱਖਾਂ ਨੇ ਵੇਖਣਾ ਕਿੱਦਾਂ ਹੈ, ਕੰਨਾਂ ਨੇ ਸੁਣਨਾ ਕਿੱਦਾਂ ਹੈ, ਜ਼ੁਬਾਨ ਨੇ ਬੋਲਣਾ ਕਿੱਦਾਂ ਹੈ। ਪੁਆੜੇ ਇੱਥੋਂ ਪੈਂਦੇ ਨੇ ਸਾਰੇ। ਕਿਉਂਕਿ ਜਦੋਂ ਮਨ ਟਿਕਿਆ ਤੇ 9 ਦੁਆਰੇ ਆਪਣੇ ਆਪ ਕਾਬੂ 'ਚ ਹੋਣੇ ਨੇ। ਕਿਉਂਕਿ ਮਨ ਮੈਲਾ, ਸਭ ਕੁਛ ਮੈਲਾ ਹੈ ਨਾ। ਜਦੋਂ ਮਨ ਮੈਲਾ ਹੁੰਦਾ ਤੇ ਅੱਖਾਂ ਮੈਲੀਆਂ ਹੁੰਦੀਆਂ ਨੇ। ਮਨ ਦੇ ਵਿਚਾਰ ਮੈਲੇ ਹੁੰਦੇ ਨੇ, ਉਦੋਂ ਹੀ ਅੱਖਾਂ ਨੂੰ ਮੈਸੇਜ ਮਿਲਦਾ ਨਾ ਵੀ ਇਹ ਆਪਣੀ ਭੈਣ ਨਹੀਂ ਹੈ, ਆਪਣੀ ਧੀ ਨਹੀਂ ਹੈ, ਤਾਂ ਹੀ ਗਲਤ ਵੇਖਦੇ ਨੇ ਨਾ। ਜਦੋਂ ਮਨ ਸਾਫ਼ ਹੋ ਗਿਆ, ਅੱਖਾਂ ਆਪਣੇ ਆਪ ਸਾਫ਼ ਹੋ ਜਾਣੀਆਂ ਨੇ। ਮਨ ਮੈਲਾ, ਸਭ ਕਿਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਇਹ ਭਰਮ ਜਗਤ, ਇਹ ਜਗਤ ਭਰਮ ਭੁਲਾਇਆ, ਵਿਰਲਾ ਬੁੱਝੇ ਕੋਈ। ਜਗਤ ਇਸੇ ਭੁਲੇਖੇ 'ਚ ਹੀ ਅੱਜ ਆਪਣੇ ਤਨ ਨੂੰ ਪਾਣੀ ਨਾਲ ਧੋਈ ਜਾ ਰਿਹਾ। ਤਾਂ ਹੀ ਤੇ ਵੱਡੇ ਵੱਡੇ ਅਗਲਿਆਂ ਨੇ ਤੀਰਥ ਸਥਾਨ ਖੜੇ ਕਰ ਦਿੱਤੇ ਕਿ ਤਨ ਧੋਈ ਜਾਓ, ਮਨ ਭਾਵੇਂ ਜਿੰਨਾ ਮਰਜ਼ੀ ਮੈਲ ਨਾਲ ਭਰੀ ਜਾਵੇ। ਤੇ ਜਿੰਨਾ ਬੰਦਾ ਤਨ ਧੋਈ ਜਾਂਦਾ, ਮੈਲ ਨਾਲ ਮਨ ਓਨਾ ਹੋਰ ਭਰੀ ਜਾਂਦਾ। ਤੋ ਕਿੰਨੇ ਪਿਆਰੇ ਵਿਚਾਰ। ਤੇ ਹਰ ਜੀਓ ਗੁਫਾ ਅੰਦਰ ਰੱਖ ਕੇ, ਹਰੀ ਨੇ ਜਿੰਦ ਨੂੰ, ਮਨ ਨੂੰ ਸਰੀਰ ਰੂਪੀ ਗੁਫਾ ਵਿੱਚ ਰੱਖ ਕੇ ਵਾਜਾ ਪਵਨ ਵਜਾਇਆ। ਵਜਾਇਆ ਵਾਜਾ ਪਾਉਣ, 9 ਦੁਆਰੇ ਪ੍ਰਗਟ ਕੀਏ ਤੇ 10ਵਾਂ ਗੁਪਤ ਰਖਾਇਆ। ਹੁਣ ਇੱਥੇ 10ਵਾਂ ਗੁਪਤ ਰੱਖਣ ਦਾ ਕੀ ਅਰਥ ਹੈ? ਜਿਹੜਾ 10ਵਾਂ ਖਿਲਰਿਆ ਪਿਆ ਸੀ, ਜਿਹਨੂੰ ਆਪਾਂ 10ਵਾਂ ਦੁਆਰ ਕਹਿੰਦੇ ਹਾਂ, ਇਹ ਹੈ ਵਿਚਾਰ ਜਿਹੜੇ ਖਿਲਰੇ ਪਏ ਸੀ, ਖਿੰਡੇ ਪਏ ਸੀ, ਜਿਹੜਾ ਇੱਕ ਥਾਂ 'ਤੇ ਟਿਕਦਾ ਨਹੀਂ ਸੀ। ਗੁਪਤ ਰੱਖਣ ਦਾ ਅਰਥ ਹੁੰਦਾ ਟਿਕਾ ਦਿੱਤਾ ਇੱਕ ਥਾਂ 'ਤੇ। ਹੁਣ ਸਭ ਤੋਂ ਸਾਡੀ ਬੋਡੀ 'ਚੋਂ, ਸਾਡੇ ਸਰੀਰ 'ਚੋਂ ਸਭ ਤੋਂ ਉੱਤੇ ਸਾਡਾ ਦਿਮਾਗ ਹੈ, ਉਹ ਤੋਂ ਥੱਲੇ ਬਾਕੀ ਅੰਗ ਨੇ। ਇੱਥੋਂ ਫੈਸਲਾ ਹੋਣਾ ਜੋ ਹੋਣਾ। ਹੱਥਾਂ ਨੇ ਚੋਰੀ ਕਰਨੀ ਹੈ, ਇਹਨੇ ਦੱਸਣਾ। ਹੱਥਾਂ ਨੇ ਸੇਵਾ ਕਰਨੀ ਹੈ, ਉਹ ਵੀ ਇਹਨੇ ਦੱਸਣਾ।
ਅੱਖਾਂ ਨੇ ਗਲਤ ਵੇਖਣਾ ਉਹ ਵੀ ਇਹ ਨਹੀਂ ਦੱਸਣਾ, ਅੱਖਾਂ ਨੇ ਸਹੀ ਵੇਖਣਾ ਉਹ ਵੀ ਇਹ ਨਹੀਂ ਦੱਸਣਾ, ਪੈਰ ਨੇ ਝੂਠੀ ਗਵਾਹੀ ਦੇਣ ਜਾਣਾ ਉਹ ਵੀ ਇਹ ਨਹੀਂ ਦੱਸਣਾ, ਤੇ ਪੈਰ ਨੇ ਅੱਜ ਸੱਚੀ ਗਵਾਹੀ ਦੇਣ ਜਾਣਾ ਉਹ ਵੀ ਇਹ ਨਹੀਂ ਦੱਸਣਾ। ਜਿਹਨੂੰ ਆਪਾਂ ਦਸਮ ਦੁਆਰ ਕਹਿੰਦੇ ਹਾਂ, ਜਾਗਣਾ। ਕਹਿੰਦੇ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਜਿਹੜੇ ਲੋਕ ਅੱਜ ਦੇਹਧਾਰੀਆਂ ਕੋਲ ਆਪਣਾ ਦਸਮ ਦੁਆਰ ਖਿਲਾਉਣ ਜਾਂਦੇ ਨੇ ਵੀ ਬਾਬਾ ਜੀ ਦੇ ਦਸਮ ਦੁਆਰ ਖੋਲ੍ਹਦੇ ਨੇ ਜੀ, ਬਾਬਾ ਜੀ ਤੇ ਉੱਥੋਂ ਡਿਗਰੀ ਮਿਲਦੀ ਹੈ ਜੀ ਬ੍ਰਹਮ ਗਿਆਨੀ ਦੀ। ਕਿਸੇ ਦੇਹਧਾਰੀ ਬਾਬੇ ਕੋਲੋਂ ਸਾਨੂੰ ਆਪਣਾ ਦਸਮ ਦੁਆਰ ਖਿਲਾਉਣ ਦੀ ਲੋੜ ਨਹੀਂ। ਇੱਥੇ ਦਸਮ ਦੁਆਰ ਖੁੱਲ੍ਹਣ ਦਾ ਅਰਥ ਸਮਝੋ। ਪਹਿਲਾਂ ਇੱਥੇ ਲੱਗਿਆ 9 ਦੁਆਰੇ ਪ੍ਰਗਟ ਕੀਏ ਤੇ 10ਵਾਂ ਦਾ ਅਰਥ ਕੀ? ਗੁਪਤ ਰਖਾਇਆ, ਭਾਵ ਉਹਨੂੰ ਟਿਕਾਤਾ, ਇਕੱਠਾ ਕਰਤਾ। ਜਿਹੜੇ ਵਿਚਾਰ ਖਿੰਡੇ ਪਏ ਸੀ, ਸੁਰਤ ਉੱਚੀ ਕਰ ਦਿੱਤੀ। ਤੇ ਕਿੱਦਾਂ ਹੋਈ? ਗੁਰਦੁਆਰੇ ਲਾਏ ਭਾਵਨੀ। ਜਦੋਂ ਮੈਂ ਗੁਰੂ ਕੋਲ ਆਇਆ, ਲਾਏ ਭਾਵਨੀ, ਵਿਸ਼ਵਾਸ ਨਾਲ, ਸ਼ਰਧਾ ਨਾਲ ਗੁਰੂ ਸ਼ਬਦ ਵਿੱਚ ਸੁਰਤ ਟਿਕੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਗੁਰੂਦੁਆਰੇ ਹੋਏ ਸੋਝੀ ਪਾਏ ਸੀ, ਗੁਰੂ ਨੇ ਸੋਝੀ ਦਿੱਤੀ। ਜਿਹੜਾ ਬੰਦਾ ਭਰਾਵਾਂ ਨਾਲ ਠੱਗੀਆਂ ਮਾਰਦਾ ਸੀ, ਭਰਾਵਾਂ ਨਾਲ ਧੋਖੇ ਕਰਕੇ ਆਪਣਾ ਅੱਗੇ ਵਧਣਾ ਚਾਹੁੰਦਾ ਸੀ, ਉਹਨੂੰ ਸੋਝੀ ਮਿਲ ਗਈ। ਨਹੀਂ ਭਾਈ, ਜਿੱਦਾਂ ਦੇ ਆਪਣੇ ਬੱਚੇ ਉੱਦਾਂ ਦੇ ਭਰਾ ਦੇ ਬੱਚੇ, ਜਿੱਦਾਂ ਦੇ ਆਪਣੇ ਬੱਚੇ ਉੱਦਾਂ ਦੇ ਦੋਸਤ ਦੇ ਬੱਚੇ। ਸਮਝ ਆ ਗਈ? ਤੂੰ ਕਿੱਡੇ ਪਿਆਰੇ ਸ਼ਬਦ ਵਰਤੇ ਨੇ ਇੱਥੇ ਪਾਤਸ਼ਾਹ ਜੀ ਨੇ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਾਜਾ ਪਾਉਣ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਜਿਵੇਂ ਆਪਾਂ ਭਗਤ ਕਬੀਰ ਜੀ ਦੀ ਬਾਣੀ ਚੋਂ ਪੜ੍ਹਦੇ ਹਾਂ, ਸੰਤੋ ਮਨ ਪਵਣੈ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ। ਕਹਿੰਦੇ ਸੰਤੋ ਮਨ ਪਵਣੇ, ਮਨ ਹਵਾ ਦੀ ਤਰ੍ਹਾਂ ਜਿਹੜਾ ਚੰਚਲ ਸੀ ਨਾ, ਉਹਨੂੰ ਗੁਫਾ 'ਚ ਲਿਆ ਕੇ ਟਿਕਾਤਾ, ਇੱਕ ਥਾਂ 'ਤੇ ਖਿਲਾਰ ਦਿੱਤਾ। ਆਸਣ ਲੋਏ ਭੰਡਾਰ ਦੱਸ ਦਿੱਤਾ ਮਨ ਨੂੰ। ਮੰਨਿਆ ਜੇ ਬਾਹਰ ਏਡੇ ਵੱਡੇ ਖਜ਼ਾਨੇ, ਆਸਣ ਲੋਏ ਭੰਡਾਰ ਨੇ, ਤੇਰੇ ਅੰਦਰ ਵੀ ਬੜੇ ਵੱਡੇ ਖਜ਼ਾਨੇ ਨੇ, ਪ੍ਰਗਟ ਕਰ ਜਿੰਨਾ ਮਰਜ਼ੀ ਛਾਕੇ ਦੇ ਵਿੱਚੋਂ। ਸੰਤੋ ਮਨ ਪਵਣੈ, ਮਨ ਹਵਾ ਦੀ ਤਰ੍ਹਾਂ, ਪਵਨ ਦੀ ਤਰ੍ਹਾਂ ਚੰਚਲ ਸੀ। ਸੰਤੋ ਮਨ ਪਵਣੈ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ। ਹੁਣ ਇਹ ਕੁਝ ਪ੍ਰਾਪਤੀ ਕਰਨ ਜੋਗਾ ਹੋ ਗਿਆ। ਜਦੋਂ ਇਕੱਠੇ ਹੀ ਨਹੀਂ ਸੀ ਹੈਗਾ ਤੇ ਪ੍ਰਾਪਤੀ ਕੀ ਹੋਣੀ ਸੀ? ਮਨ ਤੇ ਖਿੰਡਿਆ ਪਿਆ ਸੀ, ਮਨ ਦੀ ਤਾਂ ਦਾਲ ਬਣੀ ਪਈ ਸੀ। ਸੰਤੋ ਮਨ ਪਵਨੈ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ। ਕਹਿ ਲਗੇ ਕਿੱਦਾਂ ਹੋਇਆ? ਗੁਰ ਦਿਖਲਾਈ ਮੋਰੀ। ਗੁਰੂ ਨੇ ਕਮਜ਼ੋਰੀ ਵਿਖਾਤੀ। ਜਿਤ ਮਿਰਗ ਪੜਤ ਹੈ ਚੋਰੀ। ਜਿੱਧਰ ਦੀ ਮਿਰਗ ਪ੍ਰਵੇਸ਼ ਕਰਦੇ ਸੀ, ਮੋਰੀ ਕਿਹੜੀ ਹੈ? ਕੰਨਾਂ ਰਾਹੀਂ ਪ੍ਰਵੇਸ਼ ਕਰਦੇ ਸੀ, ਅੱਖਾਂ ਰਾਹੀਂ ਪ੍ਰਵੇਸ਼ ਕਰਦੇ ਸੀ। ਜਿਸ ਰਸਤੇ ਰਾਹੀਂ ਵਕਾਰ ਪ੍ਰਵੇਸ਼ ਕਰਦੇ ਸੀ, ਜਿਸ ਰਸਤੇ ਰਾਹੀਂ ਅੰਦਰੋਂ ਨਾਮ ਧਨ ਸੱਚ ਦੀ ਵਿਚਾਰ ਸੱਚਾਈ ਅੰਮ੍ਰਿਤ ਲੁੱਟਿਆ ਜਾ। ਕਿਉਂਕਿ ਏਕ ਗ੍ਰਹਿ 10 ਦੁਆਰ ਹੈ ਜਾ ਕੇ, ਇੱਕ ਘਰ ਹੈ ਇਹਦੇ 10 ਦਰਵਾਜ਼ੇ ਨੇ। ਐਨਸ ਤਸਕਰ ਪੰਚ ਚੋਰ ਲਗਾਈਆ। ਦਿਨ ਰਾਤ ਚੋਰ ਮਾਲ ਢੋਈ ਜਾਂਦੇ ਨੇ। ਕੀ ਲੁੱਟ ਰਹੇ ਨੇ? ਧਰਮ ਅਰਥ ਸਭ ਹਿਰਲੇ ਜਾਵੇਂ, ਮਨਮੁਖ ਅੰਧਲੇ ਖਬਰ ਨਾ ਪਈ ਆ। ਤੇਰੇ ਇਸ ਭਵਨ 'ਚੋਂ ਕਿੰਨਾ ਮਾਲ ਲੁੱਟਿਆ ਜਾ ਰਿਹਾ, ਤੇਰਾ ਧਰਮ ਸਤ ਸੰਤੋਖ ਖੋਇਆ ਜਾ ਰਿਹਾ। ਇਹਨੂੰ ਇਕੱਠਾ ਕਰ ਤੇ ਇਸ ਗੁਣ ਨੂੰ ਜ਼ਿੰਦਗੀ ਵਿੱਚ ਧਾਰਨ ਕਰਕੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾ। ਪਾਤਸ਼ਾਹ ਦੀ ਬਾਣੀ ਕਹਿੰਦੀ ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਤੇ ਮੂੰਦ ਲਈਏ ਦਰਵਾਜ਼ੇ ਬੰਦ ਕਰ ਲਏ। ਗੁਰ ਦਿਖਲਾਈ ਮੋਰੀ ਦਾ ਅਰਥ ਹੁੰਦਾ ਵੀਕਨੈਸ, ਕਮਜ਼ੋਰੀ। ਸਮਾਜ ਵਿੱਚ ਜੇ ਤੁਹਾਨੂੰ ਕੋਈ ਤੁਹਾਡੀ ਕਮਜ਼ੋਰੀ ਦੱਸਦਾ ਹੈ ਨਾ, ਉਹ ਸਾਡਾ ਦੁਸ਼ਮਣ ਨਹੀਂ, ਸਾਡਾ ਮਿੱਤਰ ਹੈ। ਪਰ ਪ੍ਰੋਬਲਮ ਇਹ ਹੈ, ਮੈਂ ਦੂਜਿਆਂ ਨੂੰ ਕਮਜ਼ੋਰੀਆਂ ਦੱਸਾਂ, ਆਪਣੀ ਕਮਜ਼ੋਰੀ ਸੁਣਨ ਨੂੰ ਤਿਆਰ ਨਹੀਂ। ਦੂਜਿਆਂ 'ਚ ਨੁਕਸ ਕੱਢਾਂ, ਆਪਣੇ 'ਚ ਨੁਕਸ ਕੱਢਣ ਨੂੰ ਸੁਣਨ ਨੂੰ ਤਿਆਰ ਨਹੀਂ। ਇਹ ਬੜਾ ਵੱਡਾ ਇੱਕ ਬੰਦੇ ਨੂੰ ਭੁਲੇਖਾ ਵੀ ਮੈਂ ਦੂਜਿਆਂ ਨੂੰ ਕਹਿ ਸਕਦਾ ਤੂੰ ਇੱਥੇ ਗਲਤ ਹੈ, ਤੂੰ ਇੱਥੇ ਗਲਤ ਹੈ, ਤੂੰ ਇੱਥੇ ਗਲਤ ਹੈ। ਕੋਈ ਕਵੇ ਤੈਨੂੰ ਗਲਤ ਹੈ, ਅੱਗ ਬਬੂਲਾ ਹੋ ਜਾਣਾ ਨਾਲ ਹੀ, ਲਾਟਾਂ ਬਟਣੀਆਂ ਨਾਲ ਹੀ। ਪਾਤਸ਼ਾਹ ਕਹਿੰਦੇ ਜੇ ਕਹਿਣ ਦੀ ਤਾਕਤ ਰੱਖਦਾ ਤੇ ਸੁਣਨ ਦੀ ਤਾਕਤ ਵੀ ਰੱਖ ਭਾਈ। ਵੈਸੇ ਮਿੱਤਰ ਸਭ ਤੋਂ ਬੰਦੇ ਦਾ ਉਹੀ ਹੁੰਦਾ ਜਿਹੜਾ ਉਹਨੂੰ ਇਹ ਦੱਸੇ ਤੇਰੇ 'ਚ ਇੱਥੇ ਕਮਜ਼ੋਰੀ ਹੈ, ਅਤੇ ਜਿਹੜਾ ਤੁਹਾਡੇ ਔਗਣ ਦੀ ਵੀ ਗੁਣ ਬਣਾ ਕੇ ਤਾਰੀਫ ਕਰੇ, ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੈ। ਮੰਨ ਲਓ ਹੁਣ ਤੁਹਾਡਾ ਕਿਤੇ ਕੋਈ ਪਜਾਮਾ ਕਿਤੇ ਤੁੰਬ ਲਾ ਕੇ ਫਟਿਆ, ਤੁਸੀਂ ਘਰੋਂ ਪਾ ਕੇ ਤੁਰ ਪਏ, ਪਰ ਤੁਹਾਨੂੰ ਘਰੋਂ ਨਿਕਲਦਿਆਂ ਕਿ ਤੁਹਾਡੇ ਕਿਸੇ ਮਿੱਤਰ ਨੇ ਕਿਹਾ ਭਾਈ ਇੱਥੋਂ ਪਜਾਮਾ ਮਾੜਾ ਜਿਹਾ ਫਟਿਆ, ਤੁਸੀਂ ਜਾਂ ਚੇਂਜ ਕਰੋਗੇ ਜਾਂ ਉਹਨੂੰ ਰਫੂ ਕਰਾਓਗੇ, ਕੋਈ ਨਾ ਕੋਈ ਤਰੀਕਾ ਵਰਤੋਗੇ। ਫਾਇਦਾ ਆਪਣਾ ਹੋ ਗਿਆ ਨਾ, ਅਜੇ ਤਾਂ ਘਰ ਦੇ ਲਾਗੇ ਸੀ। ਦੂਰ ਚਲੇ ਜਾਂਦੇ ਔਖਾ ਹੋ ਜਾਣਾ ਸੀ। ਉਸ ਦਾ ਦੂਜੇ ਕੱਪੜੇ ਨਾ ਹੁੰਦੇ, ਬੰਦਾ ਉਹੀ ਕੱਪੜੇ ਪਾ ਕੇ ਘਰੋਂ ਗਿਆ ਹੋਵੇ। ਜੇ ਸਾਨੂੰ ਕੋਈ ਸਾਡਾ ਕੱਪੜਾ ਫਟਿਆ ਦੱਸ ਦੇਵੇ, ਸਾਡੀ ਕੋਈ ਦੂਜੀ ਚੀਜ਼, ਸਾਡੀ 'ਚ ਕੋਈ ਕਮਜ਼ੋਰੀ ਦੱਸਦਾ, ਜੇ ਕੋਈ ਸਾਡੀ ਗੱਡੀ 'ਚ ਦੱਸੇ ਵੀ ਇੱਥੇ ਪ੍ਰੋਬਲਮ ਹੈ, ਆਪਾਂ ਜਦੋਂ ਕੋਈ ਗੱਡੀ ਲੈਣ ਜਾਣੀ ਹੈ ਸੈਕਿੰਡ ਹੈਂਡ, ਸਾਨੂੰ ਕੋਈ ਦੱਸੇ ਆਹ ਜਿਹੜੀ ਗੱਡੀ ਖਰੀਦਣ ਲੱਗਾ ਇਹ 'ਚ ਆਹ ਪ੍ਰੋਬਲਮ ਹੈ, ਅਸੀਂ ਦੱਸਣ ਵਾਲੇ ਦਾ ਧੰਨਵਾਦ ਕਰਦੇ ਹਾਂ। ਸਾਡੇ ਨਾਲ ਧੋਖਾ ਹੋ ਜਾਣਾ ਸੀ। ਜੇ ਮੈਂ ਖਰੀਦਣ ਲੱਗਿਆ ਤੂੰ ਮੈਨੂੰ ਦੱਸ ਦਿੱਤਾ, ਘਰ ਲੈਣਾ ਹੋਵੇ ਬਣਿਆ ਬਣਾਤਾ, ਕੋਈ ਸਾਨੂੰ ਦੱਸ ਦੇਵੇ ਚਾਹ ਨੁਕਸ ਹੈ, ਅਸੀਂ ਬਹਿਸ ਕਰਦੇ ਹਾਂ।
ਅਸੀਂ ਜਾਂ ਉਸ ਨੁਕਸ ਕਢਾਉਣ ਦੀ ਕੋਸ਼ਿਸ਼ ਕਰਾਂਗੇ ਜਾਂ ਉਹ ਘਰ ਖਰੀਦਾਂਗੇ ਨਹੀਂ। ਸਰੀਰ ਵਿੱਚ ਵੀ ਸਾਨੂੰ ਕੋਈ ਸਾਡੇ ਨੁਕਸ ਦੱਸਦਾ, ਅਸੀਂ ਧੰਨਵਾਦ ਕਰਦੇ ਹਾਂ ਵੀ ਡਾਕਟਰ ਸਾਹਿਬ ਤੁਹਾਡਾ ਧੰਨਵਾਦ, ਤੁਸੀਂ ਸਾਡੇ ਸਰੀਰ 'ਚ ਕੋਈ ਨੁਕਸ ਕੱਢਿਆ ਵੀ ਇਹ 'ਚ ਆਹ ਪ੍ਰੋਬਲਮ ਹੈ, ਮੈਂ ਹੁਣ ਉਸ ਨੁਕਸ ਨੂੰ ਠੀਕ ਕਰ ਲਈ, ਪਰਹੇਜ਼ ਕਰਾਂਗਾ, ਮੈਡੀਸਨ ਖਾਵਾਂਗਾ ਅਤੇ ਠੀਕ ਹੋ ਜਾਵਾਂਗਾ। ਜਦੋਂ ਸਾਨੂੰ ਕੋਈ ਸਾਡੇ ਜੀਵਨ 'ਚ ਕਮਜ਼ੋਰੀ ਦੱਸਦਾ, ਪਾਤਸ਼ਾਹ ਦੀ ਬਾਣੀ ਕਹਿੰਦੀ ਸਾਨੂੰ ਦੁਸ਼ਮਣ ਲੱਗਦਾ ਹੈ। ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ। ਗੁਰੂ ਨੇ ਉਹ ਰਸਤਾ ਵਿਖਾਤਾ ਜਿੱਧਰ ਦੀ ਮਿਰਗ ਚੋਰੀ ਕਰਕੇ ਸਮਾਨ ਲੈ ਕੇ ਜਾਂਦੇ ਸੀ। ਹੁਣ ਮੂੰਦ ਲਈਏ ਦਰਵਾਜ਼ੇ, ਉੱਥੇ ਸ਼ਬਦ ਇੱਥੇ ਸ਼ਬਦ ਵਰਤਾ ਮੂੰਦ ਲਈਏ, ਦਰਵਾਜ਼ੇ ਬੰਦ ਕਰ ਲਏ, ਉੱਥੇ ਸ਼ਬਦ ਦਾ 10ਵਾਂ ਗੁਪਤ ਰਖਾਇਆ। ਸ਼ਬਦ ਵੇਖੋ, ਉੱਥੇ 10ਵਾਂ ਗੁਪਤ ਦਾ ਅਰਥ ਕੀ ਹੈ? ਢੱਕ ਦਿੱਤਾ, ਟਿਕਾ ਦਿੱਤਾ, ਇਕੱਠਾ ਕਰ ਦਿੱਤਾ ਤਾਂ ਕਿ ਮੈਂ ਇਸ ਖਜ਼ਾਨੇ ਦੀ ਵਰਤੋਂ ਕਰ ਸਕਾਂ। ਖਜ਼ਾਨਾ ਤਾਂ ਸਾਰਿਆਂ ਕੋਲ ਪਿਆ, ਪਰ ਖਜ਼ਾਨਾ ਇਕੱਠਾ ਹੀ ਨਹੀਂ ਹੈਗਾ, ਖਿਲਰਿਆ ਪਿਆ, ਉਧਰ ਧਿਆਨ ਹੀ ਨਹੀਂ ਖਜ਼ਾਨੇ ਵੱਲ। ਹੁਣ ਬੰਦੇ ਦੇ ਘਰ ਸਮਾਨ ਬੜਾ ਕੀਮਤੀ ਹੋਵੇ ਪਰ ਬੰਦਾ ਧਿਆਨ ਹੀ ਨਾ ਦੇਵੇ ਤੇ ਉਸ ਖਜ਼ਾਨੇ ਦਾ ਕੋਈ ਫਾਇਦਾ ਥੋੜ੍ਹਾ। ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਾਜਾ ਪਾਉਣ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਉਹਦਾ 10ਵਾਂ ਗੁਪਤ ਰਖਾਇਆ ਸੀ ਨਾ, ਹੁਣ ਉਹਦੀ ਸਮਝ ਲੱਗ ਗਈ ਮੈਨੂੰ। ਭਾਵ ਇਕੱਠਾ ਕਰਤਾ, ਭਾਵ ਹੁਣ ਸੁਰਤ ਉੱਚੀ ਹੋ ਗਈ। ਅਤੇ ਕਈ ਵਿਚਾਰੇ ਇੰਨੇ ਭੁਲੇਖੇ 'ਚ ਪੈ ਜਾਂਦੇ, ਉਹ ਸੋਚਦੇ ਵੀ ਜਦੋਂ 10ਵਾਂ ਦੁਆਰ ਖੁੱਲ੍ਹਦਾ ਅੰਦਰ ਲਾਈਟ ਜਗ ਪੈਂਦੀ ਹੈ। ਮੈਨੂੰ ਅੱਜ ਵੀ ਯਾਦ ਹੈ, ਕਈ ਵੀਰ ਭੈਣ ਭੁਲੇਖਿਆਂ 'ਚ ਪੈ ਕੇ ਇੱਦਾਂ ਪੁੱਛਣਗੇ, ਅੱਛਾ ਜਦੋਂ 10ਵਾਂ ਦੁਆਰ ਖੁੱਲ੍ਹਦਾ ਫਿਰ ਕਿੱਦਾਂ ਪਤਾ ਲੱਗਦਾ? ਤੇਰੇ ਪਰਿਵਾਰ ਨੇ ਦੱਸ ਦੇਣਾ, ਤੇਰੇ ਇਰਦ ਗਿਰਦ ਪਤਾ ਲੱਗ ਜਾਣਾ, ਤੇਰੇ ਵਿਹਾਰ 'ਚੋਂ ਪਤਾ ਲੱਗਣਾ, ਦੋਸਤਾਂ ਮਿੱਤਰਾਂ ਨੇ ਦੱਸਣਾ ਇਹ ਠੱਗੀ ਨਹੀਂ ਮਾਰਦਾ, ਬੇਈਮਾਨੀ ਨਹੀਂ ਕਰਦਾ, ਇਹ ਕਿਸੇ ਦਾ ਨੁਕਸਾਨ ਨਹੀਂ ਕਰਦਾ ਭਾਈ, ਇਹਦਾ ਮਨ ਹੁਣ ਸੱਚੀ ਉਸਤਤ ਕਰਨ ਲੱਗ ਪਿਆ। ਉਸਤਤ ਮਨ ਮੈਂ ਕਰ ਨਿਰੰਕਾਰ ਅਤੇ ਕਰ ਮਨ ਮੇਰੇ ਸਤ ਵਿਵਹਾਰ। ਇਹਦਾ ਵਿਹਾਰ ਸਹੀ ਹੋ ਗਿਆ। ਤੇਰਾ ਬਾਣੀ ਪੜ੍ਹਨਾ, ਤੇਰਾ ਚੰਗੇ ਬੰਨੇ ਤੁਰਨਾ, ਤੇਰੇ ਇਰਦ ਗਿਰਦ ਵਾਲੇ ਵਸਣ ਵਾਲਿਆਂ ਨੇ ਆਪਣੇ ਆਪ ਹੀ ਦੱਸ ਦੇਣਾ। ਤੋ ਪਾਤਸ਼ਾਹ ਦੀ ਬਾਣੀ ਕਹਿੰਦੀ ਜਿਹੜਾ ਤੇਰੇ ਅੰਦਰ ਖਜ਼ਾਨਾ ਪਿਆ, ਇਹਨੂੰ ਜਿੰਨਾ ਮਰਜ਼ੀ ਵਰਤ, ਇੱਕ ਤਾਂ ਮੁੱਕਣ ਵਾਲਾ ਹੈ, ਬਹੁਤ ਜ਼ਿਆਦਾ ਹੈ, ਜਿੰਨਾ ਵਰਤੇਗਾ ਓਨਾ ਵਧੇਗਾ। ਤੋ ਗੁਰਦੇਵ ਜੀ ਨੇ ਇੱਥੇ ਉਦਾਹਰਨ ਦੇ ਕੇ ਸਮਝਾਇਆ, ਆਸਣ ਲੋਏ ਲੋਏ ਭੰਡਾਰ। ਜੇ ਬਾਹਰੀ ਤੌਰ 'ਤੇ ਇੰਨੇ ਭੰਡਾਰੇ ਭਰੇ ਪਏ ਨੇ, ਹਵਾ ਜਿੰਨੀ ਮਰਜ਼ੀ ਵਰਤੀ ਜਾ, ਪਾਣੀ ਕਿੰਨਾ ਖਜ਼ਾਨਾ ਭਰਿਆ ਪਿਆ ਹੈ, ਜੋ ਕੁਛ ਪਾਇਆ ਸੋ ਏਕਾ ਵਾਰ। ਇਸ ਹੁਣ ਖਜ਼ਾਨੇ ਨੂੰ ਅਸੀਂ ਵਿਗਾੜੀਏ ਸਵਾਰੀਏ, ਇਹ ਡਿਪੈਂਡ ਸਾਡੇ 'ਤੇ ਕਰਦਾ ਹੈ। ਧਰਤੀ ਵਿੱਚ ਕਿੱਡਾ ਵੱਡਾ ਖਜ਼ਾਨਾ, ਕਿੰਨਾ ਕੁਝ ਧਰਤੀ 'ਚੋਂ ਨਿਕਲਿਆ, ਸੋਨਾ ਤੱਕ, ਕੋਲਾ ਤੱਕ, ਕਿੰਨਾ ਕੁਝ, ਕਿੰਨੀਆਂ ਕੀਮਤੀ ਚੀਜ਼ਾਂ ਜਿਹੜੀਆਂ ਧਰਤੀ ਵਿੱਚੋਂ ਨਿਕਲਦੀਆਂ ਨੇ। ਬਨਸਪਤੀ ਧਰਤੀ 'ਚ ਉੱਗਦੀ ਹੈ, ਜੀਵ ਧਰਤੀ ਵਿੱਚ ਕਿੰਨੇ ਕਿਸਾਨ ਜਿਹੜੇ ਨੇ ਬੀਜ ਪਾ ਕੇ ਕਿੰਨਾ ਉਹਦੇ ਤੋਂ ਮੁਨਾਫਾ ਜਿਹੜਾ ਨੇ ਉਹ ਕਮਾ ਰਹੇ ਨੇ। ਐਡਾ ਵੱਡਾ ਖਜ਼ਾਨਾ ਹੈ। ਧਰਤੀ ਕਿਤੇ ਆਉਂਦੀ ਹੈ ਬਸ ਹੁਣ ਇੱਕ ਵਾਰ ਫਸਲ ਦੇ ਦਿੱਤੀ, ਦੁਬਾਰਾ ਨਹੀਂ ਮੈਂ ਦੇਣੀ, ਉਹਨੂੰ ਸਵਾਰੀ ਜਾ, ਵਾਹੀ ਜਾ, ਵਰਤੀ ਜਾ ਖਜ਼ਾਨਾ ਜਿੰਨਾ ਮਰਜ਼ੀ, ਕਿਤੇ ਮੁੱਕਣ ਵਾਲਾ ਹੈ। ਗੁਰਦੇਵ ਦੀ ਬਾਣੀ ਦਾ ਬਖਸ਼ਿਸ਼ ਭਰਿਆ ਬਚਨ ਹੈ। ਜੇ ਇੰਨੇ ਖਜ਼ਾਨੇ ਉਹਨੇ ਬਾਹਰ ਏਡੇ ਆਸਣ ਲੋਏ ਲੋਏ ਭੰਡਾਰ ਇੰਨਾ ਕੁਝ ਬਾਹਰ ਟਿਕਾਇਆ ਹੈ, ਇੱਦਾਂ ਤੇਰੇ ਅੰਦਰ ਵੀ ਹੈਗਾ। ਕੋਈ ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਤੂੰ ਪਾਵੇ। ਹੁਣ ਧਰਤੀ 'ਚ ਤੂੰ ਪਾਵੇਂ ਕੁਝ ਨਾ, ਆਪਣੇ ਆਪ ਕਿੱਦਾਂ ਨਿਕਲ ਆਏਗਾ? ਬੀਜ ਪਾਏਗਾ ਤਾਂ ਨਿਕਲੇਗਾ ਨਾ, ਹੈਗਾ ਸਭ ਕੁਝ ਹੀ ਹੈ। ਧਰਤੀ ਕਹਿੰਦੀ ਹੈ ਹੈਗਾ ਮੇਰੇ 'ਚ ਖਜ਼ਾਨਾ, ਇੱਕ ਬੀਜ ਪਾ ਕੇ ਵੇਖ, ਇੱਥੋਂ ਮੈਂ ਤੈਨੂੰ ਕਿੰਨੇ ਬੀਜ ਪੈਦਾ ਕਰਕੇ ਵਿਖਾਵਾਂਗੀ। ਹੁਣ ਇੱਦਾਂ ਜਿਵੇਂ ਧਰਤੀ ਕਹਿੰਦੀ ਬੀਜ ਪਾਏਗਾ ਤਾਂ ਸਭ ਕੁਝ ਨਿਕਲੇਗਾ ਇਹ 'ਚੋਂ, ਇੱਦਾਂ ਹੀ ਮਨ ਦੇ ਵਿੱਚ ਕੁਝ ਬੀਜੇਗਾ, ਇੱਥੋਂ ਨਿਕਲੇਗਾ ਸਭ ਕੁਝ ਹੈ ਤੇਰੇ ਕੋਲ ਬੰਦਿਆ। ਤਾਂ ਆਖਿਆ ਸੀ ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ, ਬਾਹਰ ਵਸਤ ਨਾ ਭਾਲ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ, ਆਹ ਚੇਤਾ ਰੱਖਣਾ, ਜੋ ਕਿਛ ਪਾਇਆ ਸੋ ਏਕਾ ਵਾਰ। ਇੱਥੇ ਮੈਨੂੰ ਤਰਲੇ ਲੈਣ ਦੀ ਲੋੜ ਨਹੀਂ ਕਿਸੇ ਦੇਵੀ ਦੇਵਤੇ ਭਗਵਾਨ ਦੇ ਅੱਗੇ ਵੀ ਆ ਜਾ ਮੈਨੂੰ ਆਹ ਚੀਜ਼ ਦੇ ਦੇ। ਇੱਥੇ ਇੱਕੇ ਵਾਰ ਹੀ ਆ, ਉਹਦਾ ਸਿਸਟਮ ਬਣਿਆ ਹੋਇਆ। ਉਮਰ ਨੂੰ ਵਧਾਉਣਾ ਘਟਾਉਣਾ, ਪਰਹੇਜ਼ ਕਰੇਗਾ 2-4 ਸਾਲ ਉਮਰ ਵੱਧ ਜਾਏਗੀ ਤੇਰੀ। ਜੇ ਤੂੰ ਮਰਨ 'ਤੇ ਲੱਕ ਧਰਿਆ ਵੀ ਮੈਂ ਨਸ਼ੇ ਪੀਣੇ ਤੈਨੂੰ ਕੌਣ ਬਚਾਏਗਾ ਭਾਈ? ਕੋਈ ਨਹੀਂ ਬਚਾ ਸਕਦਾ ਤੈਨੂੰ, ਦੁਨੀਆ ਦੀ ਕੋਈ ਤਾਕਤ ਨਹੀਂ ਤੈਨੂੰ ਬਚਾ ਸਕਦੀ। ਜਦੋਂ ਤੂੰ ਲੱਕ ਹੀ ਬੰਨ ਲਿਆ ਵੀ ਮੈਂ ਹੁਣ ਬਚਣਾ ਹੀ ਨਹੀਂ, ਕੌਣ ਬਚਾਏਗਾ ਤੈਨੂੰ? ਜਦੋਂ ਸਾਹਮਣੇ ਪਿਆ ਤੇਰੇ, ਤੂੰ ਤੇ ਮੌਤ ਨੂੰ ਖੁਦ ਆਵਾਜ਼ਾਂ ਮਾਰਦਾ ਪਿਆ। ਤੂੰ ਗੁਰਦੇਵ ਪਿਤਾ ਮਾਰੇਗਾ, ਜੋ ਕਿਛ ਪਾਇਆ ਸੋ ਏਕਾ ਵਾਰ। ਆਪਾਂ ਬਾਣੀ 'ਚ ਨਹੀਂ ਰੋਜ਼ ਪੜ੍ਹਦੇ, ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ, ਜਿਨ ਪਦਾਇਸ਼ ਤੂੰ ਕਿਹਾ ਸੋਈ ਦੇ ਆਧਾਰ। ਇੱਥੇ ਇਹ ਥੋੜ੍ਹਾ ਕਿਹਾ ਵੀ ਬ੍ਰਹਮਾ ਪੈਦਾ ਕਰਦਾ ਅਤੇ ਵਿਸ਼ਨੂੰ ਰਿਜ਼ਕ ਦਿੰਦਾ ਹੈ। ਇੱਥੇ ਕਿਹਾ ਸੋਈ ਦੇ ਆਧਾਰ। ਕਿਹੜਾ ਆਧਾਰ ਜੀ? ਰੋਟੀ ਦਾ, ਕੱਪੜੇ ਦਾ, ਸਮਾਨ ਦਾ। ਇਹ ਤਾਂ ਆਪਣੀ ਕਮਾਈ ਕਰਕੇ ਵੱਧ ਘੱਟ ਵੀ ਕਿਸੇ ਕੋਲ ਹੈਗਾ। ਕੋਈ 2 ਵੱਧ ਖਾ ਜਾਂਦਾ, ਕੋਈ 2 ਘੱਟ ਖਾਂਦਾ, ਕੋਈ ਅਚਾਰ ਨਾਲ ਖਾਂਦਾ, ਕਿਸੇ ਨੂੰ ਇੱਕ ਸਬਜ਼ੀ ਮਿਲ ਜਾਂਦੀ ਹੈ, ਕਈ 4-4 ਸਬਜ਼ੀਆਂ ਨਾਲ ਵੀ ਖਾਂਦੇ ਨੇ, ਕੋਈ ਇਸ ਤੋਂ ਅੱਗੇ ਵੀ ਜਾਂਦੇ ਨੇ। ਇਹ ਤਾਂ ਸਰੀਰ ਦੀ ਖੁਰਾਕ ਹੈ, ਕੋਈ ਵੱਧ ਖਾ ਲੈਂਦਾ, ਕੋਈ ਘੱਟ, ਕਿਸੇ ਨੂੰ ਚੋਪੜੀ ਮਿਲ ਜਾਂਦੀ ਹੈ, ਕਿਸੇ ਨੂੰ ਸੁੱਕੀ ਮਿਲ ਜਾਂਦੀ ਹੈ। ਪਰ ਇੱਥੇ ਗੱਲ ਕੀਤੀ ਜਾ ਰਹੀ ਹੈ ਬੰਦੇ ਦੇ ਅੰਦਰ ਦੀ ਉਸ ਖਜ਼ਾਨੇ ਦੀ, ਜਿਹੜਾ ਅੰਦਰ ਪਿਆ ਹੋਇਆ ਹੈ।
तू काहे डोले प्राणियां, तुद राखेगा सिरजनहार। क्योंकि जिन पैदाइश तू किया सोई दे आधार। जिन्हें तेनू पैदा किया आधार भी उन्हें देना है, उन्हें को अगे नहीं रखिया भी आ तेरी प्रतिपालना करेगा। क्योंकि जो कुछ पाया सो एका वार, ते कर कर वेख्या सिरजनहार। वो कर करके पैदा कर, कोई ताई ते करता पुरख है। वो करतेदार थी पैदा करने वाले दे पुरखदार थे बना के वेख्या सिरजनहार। तो जिन पैदाइश तू किया सोई ए दे आधार, जिन उपाई मेदनी सोई करदा सार। किदां करदा है जी सार? आओ आप भगत रविदास जी को थोड़ी जी हैल्प लईए। भगत रविदास जी इस गल नूं खोलदे आ, जिन जियो दिया तो रिजक अंबरावै। जिन जिंद दित्ती है वो रिजक भी देवेगा। हुण जे इत्थे बंदा अड़ जावे, वेखो जिंद उहने दित्ती है, रिजक आपे देना, फिर बंदा कमाई करेगा जी। जे कल नूं कोई भुखा मरेगा, वो कहेगा वेखो जी रब ने रिजक नहीं दिता, मैं भुखा मर गया। बंदे को बहाना बड़ा तगड़ा है। जिद को वध है उन्हें कहना वेखो जी रब मैनू वध दे गया, तेनों दिता ही नहीं उन्हें, रब वितकरे करता है। नहीं, इत्थे गल बाहर दे रिजक दी नहीं हो रही। बाहर कोई बंदा मेहनत करेगा, कमाई करके कर लेंदा है, कई पुठियां सिद्धियां तरीकों नाल वध भी कमा लेंदे ने। इत्थे गल बंदे दे अंदर दे रिजक दी हो रही है। जिन्हों अंदर दे रिजक दी समझ आ गई ना, वो तन दा रिजक भी, तन दे रिजक दा भी प्रबंध कर लेगा सही नेक कमाई करके। अच्छा, वो तन दे रिजक दा प्रबंध करेगा, पर किसी दे मूँह चों रिजक खो के प्रबंध नहीं करेगा। जिन्हों अंदर दे रिजक की समझ आ गई। हुण शब्द वेखो कितना प्यारा है, जिन जियो दिया, जिन्हें जिंद दिती है सो रिजक अमरावै। अगे शब्द वरत्या सब घट भीतर हाट चलावे। हुण सब घट कहंदे हिरदे नूं, हर हिरदे च वो अपना हट खोल के बैठा है। आसन लोए लोए भंडार, तेरे हिरदे विच ही हट है, तेरे हिरदे विच ही दुकान खुली हुई है, जिथों तेरे मन की तृप्ति होनी है। हुण जे ते तन की खुराक की गल हुंदी, की भला जिहड़ा अपनी ग्रोसरी राशन है वो आप अपने अंदरों ही लैने, वो तो आटा दाल सब्जियां गुड़ घ्यो जो है बाहर मंडियां च ने, दुकानों तो लैके आउने आ। ये किहड़ा रिजक है जी जिहड़ा बंदे दे अंदर ही पिया होया है। सब घट भीतर हाट चलावे, हर हिरदे विच वो अपनी हट खोल के बैठा है। काहदी भला जी? गुणां दी हट। आसन लोए लोए भंडार, जो कुछ पाया सो एका वार। तेरे अंदर जो चंगियाई दा गुणां दा खजाना पाउणा सी उन्हें पाता है। वरते ना वरते ये मर्जी होना तेरी है। हुण बंदे दे अंदर खजाने पए होए ने, कोई उस खजाने चों ज्ञान लैके डॉक्टर बन जाता है, कोई उस खजाने चों ज्ञान लैके वकील बन जाता, कोई उस खजाने चों ज्ञान लैके एडवोकेट बन जाता। खजाना तो अंदर पिया सी ना, बाहरी तौर पर उन्हें स्टडी की। एडवोकेट तो ब्रेन ही बनया ना, उहदा पायलट तो उहदा ब्रेन ही बनया ना, ज्ञान बाहरों लिया ना उन्हें, विद्या बाहरों लई है ना उन्हें। तुहाडे घर कोई समरसीबल बोर करन आउंदा है, नलके का बोर करन आउंदा है, सारी दिहाड़ी बोर करन तो बाद आप वो कहंदा है लियाओ जी 2 बाल्टियां पानी दियां, 4 बाल्टियां पानी दियां। आपां जे क्वेश्चन करिए जी काहदे लई, जे पानी बाहरों लियाउणा तो बोर काहदे लई कराया? वो कहंदा एक बार 4-5 बाल्टियां पानी दियां पा दिओ, फिर भावें सारा पिंड पानी वरती जावे, मुकना नहीं। इदां ही बाहरों पढ़दे आ, पर एडवोकेट तो अंदरों ही बनता है, ब्रेन एडवोकेट बनता है ना। डॉक्टर का ब्रेन डॉक्टर बनता है ना, ब्रेन जिहड़ा उहदा वो पायलट बनता है ना। जमन अंदर खजाना पिया सी ना, प्रगट कर लिया। हुण जिहड़ा रिहा ही सुत्ता, जिन्हें अपने मन नूं जगाया ही नहीं, बाणी चलदी जाग अपनी जिंदगी नूं, तू तो विषयां वकार नूं अपनी जिंदगी का सच समझ के बह गया भी इहो सब कुछ है। तो पातशाह किड्डे प्यारे शब्द इत्थे वरत रहे ने भी आसन लोए लोए भंडार, जो किश पाया सो एका वार। इत्थे किसी वखरे देवी देवते की तेनों इत्थे होया भी ऐसा, किसी नूं विद्या चाहिए ਉਹਦੇ वास्ते वखरी देवी सी, जे किसी नूं कोई पैसा चाहिए सी ਉਹਦੇ वास्ते वखरा देवता सी, जे किसी नूं कोई लंबी उम्र चाहिए सी ਉਹਦੇ वास्ते वखरा भगवान सी। इत्थे बड़ा कुछ होया समाज दे विच, साडे भी ऐसा हो रहा है। अपने भी इदां दीयां गल्लां हो रही भी जे किसी ने दुखां नूं दूर करना तो ऐस गुरु नूं ते आओ, जे किसी ने पदार्थ लेने तो ऐस गुरु नूं ते आओ। साडे काम नहीं सी, साडे सीधी गल सी, असीं अपने गुरु कोलों अपने मन नूं चढ़दी कला वाली खुराक देनी सी। फिर जो मन नूं चढ़दी कला वाली खुराक मिल गई, फिर इदां आवाज़ आउणी सी भी जे सुख दे तां तुझे अराधी, दुख पी तुझे ध्याई, जे भुख दे तां इत ही राजां दुख विच सुख मनाई। तो पातशाह ते कहंदे ने जिन उपाई मेदनी सोई करदा सार, क्योंकि घट घट मालिक दिलां का। आसन लोए लोए भंडार, जो किछ पाया सो एका वार, ते कर कर वेख्या जो ना घट घट मालिक दिलां का सच्चा परवतगार। ते अगे कहंदे कुदरत की मैं ना जानी है, वड्डा वे प्रवाह
ਉਹਦੀ ਕੁਦਰਤ ਦੀ ਕੀਮਤ ਨਹੀਂ ਦੱਸੀ ਜਾ ਸਕਦੀ, ਕਿਉਂਕਿ ਅਮੁੱਲ ਗੁਣ ਹੈ ਨਾ। ਅਮੁੱਲ ਵਪਾਰ, ਅਮੁੱਲ ਵਪਾਰੀਏ ਤੇ ਅਮੁੱਲ ਭੰਡਾਰ। ਅਮੁੱਲ ਆਵੇਂ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀ ਬਾਣ, ਅਮੁੱਲ ਤੁਲ ਅਮੁੱਲ ਪ੍ਰਵਾਨ। ਅਮੁੱਲ ਬਖਸ਼ੀਸ਼, ਕੁਦਰਤ ਕੀਮਤ ਨਾ ਜਾਣੀ ਹੈ, ਵੱਡਾ ਵੇ ਪ੍ਰਵਾਹ। ਉਹਦੀ ਕੁਦਰਤ ਦੀ ਕੀਮਤ ਥੋੜ੍ਹਾ ਦਿੱਤੀ ਜਾ ਸਕਦੀ ਹੈ। ਹੁਣ ਏਡੀ ਵੱਡੀ ਬੇਅੰਤ ਕੁਦਰਤ ਵਿੱਚੋਂ ਕਿੰਨਾ ਕੁਝ ਅਸੀਂ ਵਰਤ ਰਹੇ, ਕੀ ਕੀਮਤ ਦੇ ਲਾਂਗੇ ਅਸੀਂ ਉਹ ਤੋਂ ਜੀ? ਬੰਦੇ ਦੀ ਬਣਾਈ ਹੋਈ ਚੀਜ਼ ਦੀ ਆਪਾਂ ਕੀਮਤ ਦੇ ਕੇ ਖਰੀਦ ਲੈਂਦੇ, ਕਿਹੜੀ ਚੀਜ਼ ਦੀ ਕੀਮਤ ਦੇ ਲੋਗੇ? ਜੇ ਇੱਦਾਂ ਕੀਮਤ ਦਿੱਤੀ ਜਾਂਦੀ ਹੁੰਦੀ ਤਾਂ ਬੰਦਾ ਪੈਸੇ ਨਾਲ ਨਾ ਸਭ ਕੁਝ ਖਰੀਦ ਲੈਂਦਾ। ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਭਾਈ, ਜੇ ਬਾਹਰੀ ਤੌਰ 'ਤੇ ਏਡੇ ਏਡੇ ਵੱਡੇ ਖਜ਼ਾਨੇ, ਤਾਂ ਹੀ ਤਾਂ ਉਹਨਾਂ ਭਗਤਾਂ ਸਾਹਿਬਾਨਾਂ ਨੇ ਸਾਨੂੰ ਜ਼ਿੰਦਗੀ 'ਚ ਇਹ ਗੱਲ ਦੱਸੀ, ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ। ਜਿਹੜਾ ਖੋਜੇਗਾ ਉਹ ਪਾਲੇਗਾ, ਜਿਹੜਾ ਨਹੀਂ ਖੋਜੇਗਾ ਉਹ ਤਾਂ ਫਿਰ ਸਮੁੰਦਰ ਦੇ ਕੰਢੇ ਸੈਰ ਕੀਤਿਆਂ ਥੋੜ੍ਹਾ ਕੁਝ ਮਿਲਣਾ ਹੈ। ਇੱਦਾਂ ਤੇਰੇ ਸਰੀਰ ਵਿੱਚ, ਤੇਰੀ ਸੁਰਤ ਵਿੱਚ ਸਭ ਕੁਝ ਖਜ਼ਾਨਾ ਭਰਿਆ ਪਿਆ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਅੱਗੇ ਪਾਤਸ਼ਾਹ ਕਹਿੰਦੇ ਕਰ ਕਰ ਵੇਖੇ, ਕਰ ਕਰਕੇ, ਪੈਦਾ ਕਰ ਕਰਕੇ ਵੇਖਦਾ ਹੈ ਸਿਰਜਣਹਾਰ। ਸਭ ਕੁਝ ਉਹਦੀ ਨਿਗਰਾਨੀ 'ਚ ਹੈ। ਹੁਣ ਤੂੰ ਚੰਗਾ ਬਣਨਾ ਇਹ ਮਰਜ਼ੀ ਤੇਰੀ ਹੈ, ਮਾੜਾ ਬਣਨਾ ਇਹ ਮਰਜ਼ੀ ਤੇਰੀ ਹੈ। ਹੁਕਮ ਦੀ ਪਾਲਣਾ ਕਰਕੇ ਸਚਿਆਰਾ ਬਣ ਕੇ ਤੁਰੇਂਗਾ, ਜ਼ਿੰਦਗੀ ਖੂਬਸੂਰਤ ਬਣੇਗੀ। ਹੁਕਮ ਦੀ ਅਦੂਲੀ ਕਰੇਂਗਾ ਤੇ ਫਿਰ ਜੇਲ੍ਹ ਤਾਂ ਹੈਗੀ ਹੈ, ਸਰੀਰ ਦਾ ਸਤਿਆਨਾਸ਼ ਤੇ ਵਜਣਾ ਹੀ ਵਜਣਾ, ਪੱਕੀ ਗੱਲ ਹੈ। ਕਰ ਕਰ ਵੇਖਿਆ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਜੋ ਆਪ ਸੱਚਾ ਤੇ ਉਹਦੀ ਹੁਕਮ ਵਾਲੀ ਕਾਰ ਵੀ ਸੱਚੀ ਹੈ। ਹੁਣ ਜੇ ਉਹਦੀ ਕਾਰ ਸੱਚੀ ਹੈ, ਜਿਹੜਾ ਹੁਕਮ 'ਚ ਤੁਰੇਗਾ ਉਹਦਾ ਜੀਵਨ ਸੱਚਾ ਕਿਉਂ ਨਾ ਬਣੇਗਾ? ਜਿਹੜਾ ਉਹਦੇ ਹੁਕਮ 'ਚ ਨਹੀਂ ਤੁਰੇਗਾ ਫਿਰ ਉਹਦੇ ਵਾਸਤੇ ਇਹ ਜੱਗ ਸੱਚੇ ਦੀ ਕੋਸ਼ੜੀ ਬਣ ਜਾਂਦਾ। ਇਹ ਜੱਗ ਸੱਚੇ ਕੀ ਹੈ ਕੋਸ਼ੜੀ, ਸੱਚੇ ਕਾ ਵਿੱਚ ਵਾਸ। ਹੁਣ ਸਮਝ ਆ ਜਾਂਦੀ ਸੱਚੇ ਦੀ ਕੋਸ਼ੜੀ ਕਿਉਂ ਹੈ, ਕਿਉਂਕਿ ਸੱਚੇ ਦੀ ਸੱਚੀ ਕਾਰ ਹੈ ਨਾ। ਜਦੋਂ ਮੈਂ ਸੱਚ ਨਾਲ ਜੁੜਾਂਗਾ ਫਿਰ ਤੁਹਾਨੂੰ ਇਹ ਕਾਰ ਵੀ ਸੱਚੀ, ਫਿਰ ਤੁਹਾਨੂੰ ਇਹ ਮੋਹ ਮਾਇਆ, ਆ ਪਤੀ ਪਤਨੀ, ਭੈਣ ਭਰਾ, ਬੱਚੇ, ਇਹ ਤੁਹਾਨੂੰ ਕਾਰ ਝੂਠੀ ਥੋੜ੍ਹਾ ਲੱਗਣੀ ਹੈ। ਫਿਰ ਲੱਗਣਾ ਨਹੀਂ ਭਾਈ ਜਦੋਂ ਮੈਂ ਸੱਚ ਨਾਲ ਜੁੜਿਆ ਇਹ ਕਾਰ ਵੀ ਸਹੀ ਹੈ। ਇਹ ਉਹਨਾਂ ਲੋਕਾਂ ਨੂੰ ਕਾਰ ਗਲਤ ਲੱਗੀ ਸੀ, ਉਹਨਾਂ ਜਿਹਨਾਂ ਲੋਕਾਂ ਨੇ ਆਪਣੇ ਪਰਿਵਾਰ ਛੱਡਤੇ, ਬੱਚੇ ਛੱਡਤੇ, ਵਿਆਹ ਨਹੀਂ ਕਰਾਇਆ, ਬਾਹਰ ਭੱਜ ਗਏ। ਉਹਨਾਂ ਨੂੰ ਇਹ ਪਤੀ ਪਤਨੀ, ਇਹ ਬੱਚੇ, ਇਹ ਮੋਹ ਜਾਲ ਲੱਗਾ ਵੀ ਇਹ ਤੇ ਮਨ ਨੂੰ ਵਿਗਾੜਨ ਵਾਲੀਆਂ ਚੀਜ਼ਾਂ ਨੇ। ਉਹਨਾਂ ਨੂੰ ਇੰਝ ਲੱਗਦਾ ਸੀ ਇੱਥੇ ਬੱਚਾ ਰੋਂਦਾ, ਇੱਥੇ ਰੱਬ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ। ਇੱਥੇ ਤੇ ਬਾਹਰ ਰੌਲਾ ਪੈ ਰਿਹਾ, ਇੱਥੇ ਤੇ ਮੈਂ ਬਾਣੀ ਪੜ੍ਹ ਹੀ ਨਹੀਂ ਸਕਦਾ। ਗੁਰਦੇਵ ਨੇ ਕਹਿੰਦਾ ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਬਾਹਰੀ ਤੌਰ 'ਤੇ ਚੁੱਪ ਕਰਕੇ ਬਹਿ ਵੀ ਜਾਏਗਾ, ਜੇ ਮਨ ਹੀ ਨੇ ਚੁੱਪ ਕੀਤਾ ਤਾਂ ਬਾਹਰ ਦੇ ਚੁੱਪ ਦਾ ਕੀ ਅਰਥ ਰਹਿ ਗਿਆ? ਜੇ ਮਨ ਅੰਦਰੋਂ ਚੁੱਪ ਹੋਵੇ, ਮਨ ਅੰਦਰੋਂ ਵਿਕਾਰਾਂ ਵਿੱਚ ਰੌਲਾ ਨਾ ਪਾ ਰਿਹਾ ਹੋਵੇ, ਅੰਦਰੋਂ ਸ਼ਾਂਤ ਹੋਵੇ, ਬਾਹਰ ਮਾੜਾ ਮੋਟਾ ਰੌਲਾ ਪੈ ਵੀ ਜਾਵੇ ਤਾਂ ਕੀ ਫਰਕ ਪੈਂਦਾ ਫਿਰ? ਪਾਤਸ਼ਾਹ ਇੱਥੇ ਸਮਝਾਉਂਦੇ, ਨਾਨਕ ਸੱਚੇ ਕੀ ਸਾਚੀ ਕਾਰ। ਹੇ ਨਾਨਕ, ਉਹ ਸੱਚੇ ਦੀ ਇਹ ਕਾਰ ਵੀ ਸੱਚੀ ਹੈ, ਆਸਣ ਲੋਏ ਲੋਏ ਭੰਡਾਰ ਵਾਲੀ, ਕਰ ਕਰ ਵੇਖਿਆ ਸਿਰਜਣਹਾਰ ਵਾਲੀ। ਉਹਦੀ ਕਾਰ ਵੀ ਸੱਚੀ ਹੈ। ਇਹਦੀ ਵੀ ਉਹ ਅੱਜ ਹੈਗਾ ਤੇ ਕੱਲ੍ਹ ਨੂੰ ਨਹੀਂ ਹੋਗਾ, ਕਿਉਂਕਿ ਉਹ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਹੈ। ਇਸ ਕਰਕੇ ਆਦੇਸ਼ ਤਿਸੈ ਆਦੇਸ਼। ਹੇ ਭਾਈ, ਹੇ ਜੋਗੀ ਲੋਕੋ, ਹੇ ਵਿਪਰ ਲੋਕੋ, ਤੁਸੀਂ ਮੰਨਦੇ ਹੋ ਵੀ ਇੱਕ ਬ੍ਰਹਮਾ ਪੈਦਾ ਕਰਨ ਵਾਲਾ, ਵਿਸ਼ਨੂੰ ਰਿਜ਼ਕ ਦੇਣ ਵਾਲਾ, ਤੁਸੀਂ ਮੰਨਦੇ ਹੋ ਜੀ ਆਹ ਗੋਦੜੀ ਧਾਰਨ ਕਰਾਂਗਾ ਤੇ ਆਹ ਹੋਏਗਾ। ਆਓ ਮੈਂ ਦੱਸਦਾ, ਮੇਰੀ ਤੇ ਪ੍ਰਣਾਮ, ਮੇਰੀ ਤੇ ਨਮਸਕਾਰ ਉਹਨੂੰ ਹੈ ਜਿਹੜਾ ਆਦ ਅਨੀਲ ਅਨਾਦ ਅਨਾਹਤ ਤੇ ਜੁਗ ਜੁਗ ਏਕੋ ਵੇਸ, ਹਰ ਸਮੇਂ ਇੱਕੋ ਜਿਹਾ ਰਹਿੰਦਾ ਤੇ ਉਹਦੇ ਭੰਡਾਰੇ ਵੀ ਇੱਦਾਂ ਭਰਪੂਰ ਰਹਿੰਦੇ ਨੇ। ਆਓ ਵਰਤੀ ਜਾਓ ਇਸ ਭੰਡਾਰਿਆਂ ਨੂੰ। ਉਹਦੇ ਬਣਾਏ ਹੋਏ ਨਿਯਮ, ਉਹਦਾ ਬਣਾਇਆ ਹੋਇਆ ਹੁਕਮ ਸੰਸਾਰ ਦੀ ਕਾਰ ਨੂੰ ਚਲਾ ਰਿਹਾ। ਆਪ ਆਪਣੀ ਜ਼ਿੰਦਗੀ ਨੂੰ ਸਵਾਰ ਉਹਦੇ ਹੁਕਮ 'ਚ ਤੁਰਨਾ ਸ਼ੁਰੂ ਕਰ ਦੇ। ਗੁਰੂ ਸਾਹਿਬ ਨੇ ਬਹੁਤ ਪਿਆਰੇ ਬਚਨ ਕਹਿ ਕੇ ਸਾਨੂੰ ਜ਼ਿੰਦਗੀ ਵਿੱਚ ਸਹੀ ਰਸਤੇ 'ਤੇ ਤੁਰਨ ਦੀ ਇਹ ਪ੍ਰੇਰਨਾ ਦਿੱਤੀ ਹੈ। ਐਡਾ ਵੱਡਾ ਗੁਰਬਾਣੀ ਦਾ ਖਜ਼ਾਨਾ ਪਿਆਰਿਓ ਸਾਨੂੰ ਬਖਸ਼ਿਸ਼ ਕੀਤਾ ਹੈ। ਆਓ ਆਪਣੇ ਘਰਾਂ 'ਚ ਬਾਣੀ ਦੀਆਂ ਪੋਥੀਆਂ ਰੱਖੋ, ਖੁਦ ਪੜ੍ਹੋ, ਖੁਦ ਸਮਝੋ, ਕਿਸੇ 'ਤੇ ਨਿਰਭਰ ਨਾ ਹੋ, ਕਿਸੇ 'ਤੇ ਡਿਪੈਂਡ ਨਾ ਹੋ। ਆਪ ਗੁਰਬਾਣੀ ਆਪਣੇ, ਜਿਵੇਂ ਰੋਟੀ ਆਪਣੇ ਲਈ ਆਪ ਖਾਂਦੇ, ਇਸ਼ਨਾਨ ਆਪਣੇ ਲਈ ਆਪ ਕਰਦੇ ਹਾਂ, ਇੱਦਾਂ ਗੁਰਬਾਣੀ ਆਪਣੇ ਲਈ ਆਪ ਪੜ੍ਹੋ। ਇਹ ਨਾ ਕਹੋ ਮੇਰੀ ਅਰਦਾਸ ਤੂੰ ਕਰ ਦੇ, ਮੇਰਾ ਪਾਠ ਤੂੰ ਕਰ ਦੇ। ਨਾ ਭਾਈ, ਆਪਣੀ ਬਾਣੀ ਆਪ ਪੜ੍ਹਨੀ ਹੈ, ਆਪਣੇ ਲਈ ਪੜ੍ਹਨੀ ਹੈ, ਆਪਣੇ ਵਾਸਤੇ ਪੜ੍ਹਨੀ ਹੈ, ਜ਼ਿੰਦਗੀ ਨੂੰ ਸਵਾਰਨ ਵਾਸਤੇ ਪੜ੍ਹਨੀ ਹੈ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਭਾਈ ਆ ਆਪਣੇ ਘਰਾਂ 'ਚ ਬਾਣੀ ਦੀਆਂ ਪੋਥੀਆਂ ਰੱਖੋ, ਸਿੰਚੀਆਂ ਰੱਖੋ, ਖੁਦ ਗੁਰਬਾਣੀ ਪੜ੍ਹੋ, ਖੁਦ ਗੁਰਬਾਣੀ ਦੀ ਵਿਚਾਰ ਆਪ ਕਰੋ, ਆਪ ਸਮਝੋ ਕਿ ਗੁਰੂ ਸਾਹਿਬ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਅਤੇ ਕਿੱਡਾ ਸੌਖਾ ਰਾਹ ਹਰ ਬੰਦਾ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਆਪਣੀ ਜ਼ਿੰਦਗੀ ਵਿੱਚ ਇਹ ਖਜ਼ਾਨਾ ਪ੍ਰਗਟ ਕਰ ਸਕਦਾ ਹੈ। ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਭਾਲ। ਹੇ ਮੇਰਿਆ ਮਨਾ, ਤੇਰੇ ਅੰਦਰ ਐਡਾ ਵੱਡਾ ਖਜ਼ਾਨਾ ਉਸ ਮਾਲਕ ਨੇ ਪਾਇਆ ਹੋਇਆ। ਆ ਇਸ ਖਜ਼ਾਨੇ 'ਚੋਂ ਖਾ, ਵਰਤ, ਜਿੰਨਾ ਮਰਜ਼ੀ, ਅਤੇ ਵਰਤ ਕੇ ਤੂੰ ਮਨ ਕਰਕੇ ਅੰਦਰੋਂ ਅਮੀਰ ਹੋ ਸਕਦਾ ਹੈ। ਗੁਰੂ ਸਾਹਿਬ ਨੇ ਜਿਹੜੀ ਵਿਚਾਰ ਬਖਸ਼ਿਸ਼ ਕੀਤੀ ਹੈ, ਆਓ ਭਾਈ ਬਾਣੀ ਸਮਝੀਏ, ਪੜ੍ਹੀਏ ਅਤੇ ਆਪਣੀ ਜ਼ਿੰਦਗੀ ਨੂੰ
ਸਹੀ ਰਸਤੇ 'ਤੇ ਤੋਰਨ ਦਾ ਯਤਨ ਕਰੀਏ। ਫਿਰ ਬੰਦਾ ਜਦੋਂ ਅੰਦਰ ਦੇ ਖਜ਼ਾਨੇ ਨਾਲ ਜੁੜਦਾ ਹੈ, ਅੰਦਰੋਂ ਅਮੀਰ ਹੁੰਦਾ ਹੈ, ਉਹ ਬਾਹਰੀ ਤੌਰ 'ਤੇ ਨਾ ਨਸ਼ਿਆਂ ਵੱਲ ਭਟਕਦਾ ਹੈ, ਨਾ ਦੇਹਧਾਰੀਆਂ ਦੀਆਂ ਪ੍ਰਕਰਮਾਂ ਕਰਦਾ ਹੈ। ਉਹਨੂੰ ਪਰਿਪੂਰਨ ਪਰਮਾਤਮਾ ਦੇ ਬਾਰੇ ਸਮਝ ਆ ਜਾਂਦੀ ਹੈ। ਉਹਨੂੰ ਸਮਝ ਆ ਜਾਂਦੀ ਹੈ, ਨਸ ਵੰਝੋ ਕਿਲ ਵੇਖੋ ਕਰਤਾ ਘਰੇ ਆਇਆ। ਹੁਣ ਇਹਨਾਂ ਭੰਡਾਰਿਆਂ ਦਾ ਮਾਲਕ ਅੰਦਰ ਆਣ ਕੇ ਵਸ ਗਿਆ। ਹੁਣ ਇਹ ਭੰਡਾਰੇ ਮੁੱਕਣ ਵਾਲੇ ਨਹੀਂ ਆ। ਹੁਣ ਭਾਜੋ ਕਿਲ ਵੇਖੋ। ਤੁਸੀਂ ਮੇਰੇ ਅੰਦਰ ਬੜੀ ਤਰਥੱਲੀ ਮਚਾਈ ਹੋਈ ਸੀ, ਜਿਹੜੀ ਭਗਤ ਕਬੀਰ ਜੀ ਨੇ ਗੱਲ ਕਹੀ ਵੀ ਮੂੰਦ ਲਈਏ ਦਰਵਾਜ਼ੇ। ਹੁਣ ਮੈਂ ਉਹ ਰਾਹ ਬੰਦ ਕਰ ਲਏ ਤੇ ਬਾਜੀ ਲੈ ਅਨਹਦ ਬਾਜੇ। ਕੁੰਭ ਕਮਲ ਜਲ ਭਰਿਆ, ਜਿਹੜਾ ਪਹਿਲਾਂ ਵਿਸ਼ਿਆਂ ਵਕਾਰਿਆਂ ਦੇ ਨਾਲ ਇਹ ਬਰਤਨ ਪਾਣੀ ਨਾਲ ਭਰਿਆ ਪਿਆ ਸੀ, ਕੁੰਭ ਇਹ ਘੜਾ ਕਮਲ ਜਲ ਭਰਿਆ। ਹਿਰਦੇ ਦਾ ਇਹ ਭਾਂਡਾ ਜਿਹੜਾ ਵਿਸ਼ਿਆਂ ਵਕਾਰਾਂ ਦੀਆਂ ਵਿਚਾਰਾਂ ਨਾਲ ਭਰਿਆ ਪਿਆ ਸੀ, ਜਲ ਮੇਟਿਆ ਉਭਾ ਕਰਿਆ। ਹੁਣ ਇਹ ਉਹ ਡੋਲ ਦਿੱਤਾ, ਮੁੱਧਾ ਕਰ ਦਿੱਤਾ ਤੇ ਉਹਦੇ ਵਿੱਚ ਹੁਣ ਨਵੀਆਂ ਵਿਚਾਰਾਂ ਪਾ ਰਹੀਆਂ। ਜਲ ਮੇਟਿਆ ਉਭਾ ਕਰਿਆ, ਕਹੋ ਕਬੀਰ ਜਨ ਜਾਣਿਆ, ਜੋ ਜਾਣਿਆ ਤਉ ਮਨ ਮੰਨਿਆ। ਜਦੋਂ ਜਾਣ ਪਛਾਣ ਹੋ ਗਈ ਤੇ ਮਨ ਮੰਨਿਆ। ਮਨ ਵੀ ਉਦੋਂ ਹੀ ਮੰਨਦਾ ਜਦੋਂ ਜਾਣ ਪਛਾਣ ਹੋਵੇ। ਜਾਣ ਪਛਾਣ ਨਾ ਹੋਵੇ, ਮਨ ਵੀ ਨਹੀਂ ਮੰਨਦਾ। ਤੁਸੀਂ ਕਦੇ ਤਜਰਬਾ ਕਰਕੇ ਵੇਖਿਓ, ਤੁਹਾਡਿਆਂ ਬੱਚਿਆਂ ਦਾ ਦਿਲ ਵੀ ਜਾ ਕੇ ਉੱਥੇ ਲੱਗਦਾ ਜਿੱਥੇ ਜਾਣ ਪਛਾਣ ਹੋਵੇ। ਤੁਸੀਂ ਓਪਰੇ ਥਾਂ 'ਤੇ ਆਪਣੇ ਕਿਸੇ ਬੱਚੇ ਨੂੰ ਭੇਜ ਕੇ ਵੇਖੋ, ਉੱਥੋਂ ਜਾਣਦਾ ਕੋਈ ਨਹੀਂ। ਤੁਸੀਂ ਵੇਖਦੇ ਜਦੋਂ ਬੱਚੇ ਕਿਸੇ ਰਿਸ਼ਤੇਦਾਰ ਕੋਲ ਜਾਂਦੇ ਸੀ, ਉੱਥੇ ਹੀ ਮਨ ਲੱਗਦਾ ਸੀ ਜਿੱਥੇ ਉਹਨਾਂ ਦੀ ਕੋਈ ਜਾਣ ਪਛਾਣ ਹੋਈ ਹੈ। ਭਾਵੇਂ ਵੱਡੀ ਉਮਰ ਦਾ ਵੀ ਬੰਦਾ ਹੋਵੇ, ਬਿਨਾਂ ਜਾਣ ਪਛਾਣ ਤੋਂ ਰਹਿਣਾ ਬਹੁਤ ਔਖਾ ਹੁੰਦਾ। ਅਤੇ ਜਾਣ ਪਛਾਣ ਬੜੀ ਵੱਡੀ ਚੀਜ਼ ਹੈ। ਅੱਜ ਸਾਡੀ ਆਪਣੇ ਗੁਰੂ ਨਾਲ, ਉਸ ਪਰਿਪੂਰਨ ਪਰਮਾਤਮਾ ਨਾਲ ਜੋ ਸਾਡੇ ਅੰਦਰ ਸਮਾਇਆ ਹੋਇਆ, ਉਹਦੇ ਨਾਲ ਜਾਣ ਪਛਾਣ ਨਹੀਂ ਹੈ। ਜਦੋਂ ਜਾਣ ਪਛਾਣ ਹੋ ਗਈ ਫਿਰ ਮਨ ਵੀ ਮੰਨ ਜਾਣਾ ਹੈ। ਬਾਣੀ ਨੇ ਸਿੱਧਾ ਕਹਿ ਦਿੱਤਾ, ਘਰ ਹੀ ਪਰਚਾ ਪਾਈ। ਆਓ ਆਪਣੇ ਹਿਰਦੇ ਰੂਪੀ ਘਰ ਵਿੱਚ ਉਹਦੇ ਨਾਲ ਪਰਿਚੈ ਕਰੀਏ ਅਤੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਜਿਉਣ ਦਾ ਯਤਨ ਕਰੀਏ। ਜ਼ਿੰਦਗੀ ਸਾਡੀ ਵਧੀਆ ਬਣੇ। ਇਹੋ ਗੱਲ ਗੁਰਦੇਵ ਜੀ ਨੇ ਇਸ ਪੌੜੀ ਵਿੱਚ ਸਮਝਾਈ ਹੈ ਵੀ ਆਸਣ ਲੋਏ ਲੋਏ ਭੰਡਾਰ, ਉਹਦਾ ਟਿਕਾਣਾ ਹਰ ਇੱਕ ਲੋਹ ਵਿੱਚ, ਹਰ ਥਾਂ 'ਤੇ ਐਂ ਭੰਡਾਰੇ ਭਰੇ ਪਏ ਨੇ। ਅਤੇ ਆ ਭਾਈ, ਜੇ ਬਾਹਰੀ ਤੌਰ 'ਤੇ ਭੰਡਾਰੇ ਨਹੀਂ ਮੁੱਕ ਰਹੇ ਅਤੇ ਇੱਦਾਂ ਹੀ ਭੰਡਾਰੇ ਤੇਰੇ ਅੰਦਰ ਵੀ ਭਰੇ ਪਏ ਨੇ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਅਤੇ ਕਰ ਕਰ ਵੇਖੈ। ਉਹ ਕਰ ਕਰਕੇ ਵੇਖਦਾ ਹੈ। ਉਹਨੇ ਕੋਈ ਵੱਖਰੇ ਦੇਵੀ ਦੇਵਤੇ ਨਹੀਂ ਰੱਖੇ ਵੀ ਬ੍ਰਹਮਾ ਪੈਦਾ ਕਰੇਗਾ, ਵਿਸ਼ਨੂੰ ਰਿਜ਼ਕ ਦੇਵੇਗਾ ਅਤੇ ਸ਼ਿਵ ਮਾਰੇਗਾ। ਸਭ ਕੁਝ ਉਹ ਆਪਣੀ ਨਿਗਰਾਨੀ 'ਚ ਰੱਖ ਰਿਹਾ ਹੈ। ਕਹਿੰਦੇ ਕਰ ਕਰ ਵੇਖੇ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਰ। ਆਓ ਉਹਦੇ ਹੁਕਮ ਵਿੱਚ ਤੁਰ ਕੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਦਾ ਯਤਨ ਕਰੀਏ ਅਤੇ ਆਪਣੀ ਜ਼ਿੰਦਗੀ ਨੂੰ ਸਵਾਰੀਏ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾਵਾਂ। ਉਹ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਆਪਣੇ ਮਨ ਨੂੰ ਸਵਾਰਨਾ, ਆਪਣੇ ਮਨ ਨੂੰ ਖੂਬਸੂਰਤ ਬਣਾਉਣਾ। ਇਹੋ ਹੀ ਸਾਡੀ ਜ਼ਿੰਦਗੀ ਦਾ ਮਕਸਦ ਹੈ, ਇਹੋ ਸਾਡੀ ਜ਼ਿੰਦਗੀ ਦਾ ਟਾਰਗੇਟ ਹੈ ਕਿ ਆਪਣੇ ਆਪ ਨੂੰ ਸਵਾਰਨਾ ਹੀ ਉਸ ਦੀ ਇਬਾਦਤ ਹੈ, ਇਹੋ ਹੀ ਉਸ ਦੀ ਬੰਦਗੀ ਹੈ। ਅਤੇ ਇਹਦੇ ਵਿੱਚ ਅਸੀਂ ਕਿਸੇ ਹੋਰ ਦਾ ਥੋੜ੍ਹਾ ਕੁਝ ਫਾਇਦਾ ਕਰ ਰਹੇ ਹਾਂ, ਅਸੀਂ ਆਪਣਾ ਹੀ ਫਾਇਦਾ ਕਰ ਰਹੇ ਹਾਂ। ਜਦੋਂ ਆਪਣਾ ਫਾਇਦਾ ਹੋਏਗਾ, ਸਮਾਜ ਖੂਬਸੂਰਤ ਬਣੇਗਾ। ਕਿਸੇ ਸਿਰ ਕੋਈ ਆਸਾਨ ਨਹੀਂ ਹੈ। ਸਾਡਾ ਆਪਣੀ ਜ਼ਿੰਦਗੀ ਨੂੰ ਆਪ ਸਵਾਰਨਾ ਪਹਿਲ ਦੇ ਆਧਾਰ 'ਤੇ ਸਾਡਾ ਫਰਜ਼ ਬਣਦਾ। ਸਾਰਿਆਂ ਦਾ ਧੰਨਵਾਦ। ਤੁਸੀਂ ਰੋਜ਼ਾਨਾ ਗੁਰਬਾਣੀ ਦੀ ਵਿਚਾਰ ਆਪ ਸਰਵਣ ਕਰਦੇ ਹੋ। ਸਾਰੀ ਸੰਗਤ ਅੱਗੇ ਹੱਥ ਜੋੜ ਕੇ ਬੇਨਤੀ ਹੈ, ਆਪ ਗੁਰਬਾਣੀ ਪੜ੍ਹੋ, ਆਪ ਸਮਝੋ, ਆਪ ਅਰਥ ਭਾਵ ਵਿਚਾਰੋ ਭਾਈ, ਤਾਂ ਕਿ ਸਾਨੂੰ ਸਮਝ ਲੱਗ ਜੇ ਗੁਰੂ ਸਾਹਿਬ ਨੇ ਕਿੱਡਾ ਵੱਡਾ ਬਾਣੀ ਦਾ ਸਾਨੂੰ ਖਜ਼ਾਨਾ ਬਖਸ਼ਿਸ਼ ਕੀਤਾ ਹੈ। ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਗੁਰੂ ਦੀਆਂ ਇਹਨਾਂ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ, ਤਾਂ ਕਿ ਸਾਡੀ ਜ਼ਿੰਦਗੀ ਖੂਬਸੂਰਤ ਤਰੀਕੇ ਨਾਲ ਜਿਹੜੀ ਹੈ ਉਹ ਬਤੀਤ ਹੋ ਸਕੇ। ਸਾਰਿਆਂ ਦਾ ਧੰਨਵਾਦ ਜੀ। ਇੰਨੇ ਕੁ ਬਚਨ ਪ੍ਰਵਾਨ ਕਰਨੇ। ਅਦਬ ਸਤਿਕਾਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।